ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ। ਮੇਰੇ ਨਾਲ ਮਹਿਮਾਨ ਜੁੜ ਚੁੱਕੇ ਨੇ ਜੀ, ਆਓ ਕਰਦੇ ਹਾਂ ਉਹਨਾਂ ਦਾ ਸਵਾਗਤ। ਰਵਿੰਦਰ ਰਵੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਪ੍ਰੀਤ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ ਹਰਜਿੰਦ ਕੌਰ ਜੀ, ਤੁਹਾਡਾ ਇੰਡੋਸ ਟੀਵੀ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ। ਅਸੀਂ ਇੰਨੇ ਜੋਗੇ ਤਾਂ ਹੈ ਨਹੀਂ, ਪਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਬੁਲਾਉਣ ਲਈ। ਥੈਂਕ ਯੂ ਜੀ ਬਿਲਕੁਲ ਜੀ। ਕਿਹਨੂੰ ਪੁੱਛਾਂ ਜੀ? ਪਹਿਲਾਂ ਪੰਜਾਬ ਤੋਂ ਜ਼ਿਲ੍ਹਾ ਤੁਹਾਨੂੰ ਪੁੱਛਦੀ ਹਾਂ। ਹਮੇਸ਼ਾ ਮੈਂ ਮੁੰਡੇ ਤੋਂ ਸਫ਼ਰ ਸ਼ੁਰੂ ਕਰਦੀ ਹਾਂ, ਅੱਜ ਤੁਹਾਨੂੰ ਪਹਿਲਾਂ ਮੈਂ ਪੁੱਛਦੀ ਹਾਂ, ਤੁਸੀਂ ਪੰਜਾਬ ਤੋਂ ਕਿੱਥੋਂ? ਪੰਜਾਬ ਤੋਂ ਬੇਸਿਕਲੀ ਰੋਪੜ ਜ਼ਿਲ੍ਹੇ ਤੋਂ। ਪੁਰਾਣਾ ਰੋਪੜ ਜ਼ਿਲ੍ਹਾ ਹੁਣ ਮੋਹਾਲੀ ਜ਼ਿਲ੍ਹਾ ਬਣ ਚੁੱਕਿਆ ਤੇ ਪਿੰਡ ਮੇਰਾ ਚਨਾਲੋ ਕੁਰਾਲੀ ਦੇ ਲਾਗੇ। ਪਰ ਬਹੁਤ ਸਾਲਾਂ ਤੋਂ ਪੇਰੈਂਟਸ ਮੋਹਾਲੀ ਲੈ ਆਏ ਸੀ, ਸੋ ਇੱਕ ਤਰ੍ਹਾਂ ਕਹਿ ਸਕਦੇ ਹੋ ਮੋਹਾਲੀ ਤੋਂ ਹੀ ਹਾਂ। ਅੱਛਾ ਜੀ, ਤੇ ਤੁਸੀਂ ਜੀ? ਸੇਮ ਹੀ ਹੈ ਜੀ, ਜ਼ਿਲ੍ਹਾ ਸਾਡਾ ਸਾਰਾ ਕੁਝ ਸੇਮ ਹੀ। ਅਸੀਂ ਬੇਸਿਕਲੀ ਗੁਆਂਢੀ ਹਾਂ ਜੀ। ਓਕੇ। ਤੇ ਸਾਡੇ ਘਰ ਵੀ ਨੇੜੇ ਨੇ ਤੇ ਅਸੀਂ ਵੈਸੇ ਪਿੰਡ ਮੇਰਾ ਹੈਗਾ ਜੀ ਖਰੜ ਕੋਲ ਪੈਂਦਾ, ਖੁਨੀ ਮਾਜਰਾ। ਤੇ ਮੋਹਾਲੀ ਅਸੀਂ ਬਹੁਤ 92 93 ਚ ਆ ਗਏ ਸੀ। ਜਾਂਜ ਫਿਰ ਤੁਰ ਕੇ ਚਲੇ ਗਏ ਸੀਗੇ ਕਿ ਗੱਡੀ ਕੀਤੀ ਸੀਗੀ? ਨਹੀਂ, ਗੱਡੀ ਥੋੜੀ ਬਹੁਤੀ ਕਰਨੀ ਪੈਂਦੀ ਹੈ ਜੀ। ਹਾਂਜੀ, ਤੇ ਉਸ ਤੋਂ ਪਹਿਲਾਂ ਸਾਡੀ ਜਿਹੜੀ ਬਚਪਨ ਲੰਘਿਆ ਜੀ ਉਹ ਅੰਮ੍ਰਿਤਸਰ ਮਹਿਤਾ ਚੌਂਕ ਸੀਗਾ। ਤੇ ਮੇਰਾ 82 ਦਾ ਜਨਮ ਆ ਤੇ 84 ਤੱਕ ਫਿਰ ਜਦੋਂ ਉਸ ਤੋਂ ਬਾਅਦ ਹਾਲਾਤ ਖਰਾਬ ਹੋਏ ਤੇ ਫਿਰ ਡੈਡੀ ਹੁਣੇ ਸਾਨੂੰ ਫਿਰ ਇੱਧਰ ਮੋਹਾਲੀ ਵੱਲ ਕੱਢ ਲਿਆ ਜੀ। ਓਕੇ, ਠੀਕ ਹੈ। ਸਟੱਡੀ ਕੀ ਕੀਤੀ ਤੁਸੀਂ? ਸਟੱਡੀ ਮੇਰਾ ਜੀ 10th ਤੋਂ ਬਾਅਦ ਮੈਂ ਕੀਤਾ ਜੀ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਵਿੱਚ। ਤੇ ਉਸ ਤੋਂ ਬਾਅਦ ਫਿਰ ਮੈਂ ਬੇਅੰਤ ਕਾਲਜ ਗੁਰਦਾਸਪੁਰ, ਉੱਥੋਂ ਮੈਂ ਪ੍ਰੋਡਕਸ਼ਨ ਇੰਜੀਨੀਅਰਿੰਗ ਵਿੱਚ ਫਿਰ ਮੈਂ ਬੀਟੈਕ ਕੀਤੀ ਜੀ। ਅੱਛਾ, ਗੁਰਦਾਸਪੁਰ ਚਲੇ ਗਏ? ਕਾਫੀ ਦੂਰ ਚਲੇ ਗਏ ਤੁਸੀਂ ਜੀ। ਉਹ ਰੈਂਕ ਥੋੜਾ ਜਿਹਾ ਪਿੱਛੇ ਸੀਗਾ, ਫਿਰ ਐਡਮਿਸ਼ਨ ਹੀ ਉੱਧਰ ਮਿਲੀ ਜਾ ਕੇ ਜੀ। ਜੀ ਕਿਹੜੇ ਸਾਲ ਦੀ ਗੱਲ ਕਰਦੇ ਹੋ ਤੁਸੀਂ? ਮੈਂ 2001 ਚ ਐਡਮਿਸ਼ਨ ਲਈ ਸੀਗੀ ਜੀ, ਤੇ 2004 ਚ ਫਿਰ ਪਾਸ ਆਊਟ ਕਰਕੇ। ਉਦੋਂ ਫਿਰ ਕਾਲਜਸ ਜਿਹੜੇ ਹੈਗੇ ਨੇ ਥੋੜੇ ਸੀ? ਉਦੋਂ ਤਾਂ 13-14 ਕਾਲਜ ਹੁੰਦੇ ਸੀਗੇ ਜੀ। ਹੁਣ ਤਾਂ ਪੂਰੀ ਮਤਲਬ ਕਿ 40-45 ਕਾਲਜ ਲਾ ਲਓ ਤੁਸੀਂ। ਉਦੋਂ ਕਾਲਜ ਘੱਟ ਸੀਗੇ ਪਰ ਉਦੋਂ ਐਜੂਕੇਸ਼ਨ ਦੀ ਕੁਆਲਿਟੀ ਹੁੰਦੀ ਸੀਗੀ। ਹੁਣ ਤਾਂ ਬਿਜ਼ਨਸ ਬਣ ਗਿਆ ਜੀ ਹਰ ਚੀਜ਼ ਦਾ। ਓਕੇ, ਚਲੋ ਤੁਸੀਂ ਬਾਬੀ ਜੀ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਮੇਰੀ ਜੀ ਗ੍ਰੈਜੂਏਸ਼ਨ GCG 42 ਚੰਡੀਗੜ੍ਹ ਤੋਂ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਪੰਜਾਬ ਯੂਨੀਵਰਸਿਟੀ ਕੈਂਪਸ ਡਿਪਾਰਟਮੈਂਟ ਆਫ ਜੀਓਲੋਜੀ ਐਂਡ ਜੀਓਗ੍ਰਾਫੀ, ਤੇ ਉੱਥੋਂ ਪਹਿਲਾਂ ਮੈਂ ਮਾਸਟਰਜ਼ ਇਨ ਜੀਓਗ੍ਰਾਫੀ ਕੀਤੀ ਹੈ। ਫਿਰ ਮਾਸਟਰਜ਼ ਇਨ ਸਪੇਸ਼ੀਅਲ ਸਾਇੰਸ, ਜਿਹਨੂੰ ਹਾਂਜੀ GIS ਵੀ ਕਹਿੰਦੇ ਆ। ਡਬਲ ਮਾਸਟਰਸ ਕੀਤੀ ਤੁਸੀਂ? ਹਾਂਜੀ। GIS ਮੀਨਸ ਜੀਓਗ੍ਰਾਫਿਕ ਇਨਫੋਰਮੇਸ਼ਨ ਸਿਸਟਮਸ। ਲਾਈਕ ਇਹ ਥੋੜਾ ਜਿਹਾ ਤੁਹਾਡਾ ਵੀ ਹਾਈ ਟੈਕਨੋਲੋਜੀ ਕਹਿ ਲਓ ਇਹਨੂੰ ਤੁਸੀਂ, ਉਹ ਕੋਰਸ 'ਚ ਆ ਜਾਂਦੇ ਆ। ਤੇ ਡਿਟੇਲਿੰਗ ਤਾਂ ਇਹ ਹੈ ਕਿ ਵੀ ਮੈਪਿੰਗ ਵਗੈਰਾ, ਉਹਦੇ 'ਚ ਸੈਟੇਲਾਈਟ ਇਮੇਜਰੀਜ਼, ਉਹਨਾਂ ਨੂੰ ਰੀਡ ਕਰਨਾ, ਉਹਨਾਂ ਤੋਂ ਡਾਟਾ ਐਕਸਟਰੈਕਟ ਕਰਨਾ, ਇਹ ਬੇਸਿਕਲੀ ਹੈ। ਮੀਨਸ ਕਿ ਮੈਨੂੰ ਅਕਸਰ ਸਾਰੇ ਪੁੱਛਦੇ ਆ ਇਸ ਚੀਜ਼ ਬਾਰੇ ਜਦੋਂ ਵੀ ਮੈਂ ਕਿਸੇ ਨੂੰ ਦੱਸਦੀ ਹਾਂ ਮੈਂ ਕੀ ਕਰਦੀ ਹਾਂ। ਤੇ ਕਿਸੇ ਨੂੰ ਬਹੁਤ ਥੋੜੇ ਲੋਕੀ ਹੈ, 5% ਜਿਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਕੀ ਹੈ ਇਹ। ਅਕਸਰ ਮੈਨੂੰ ਇਹੀ ਕੁਐਸਚਨ ਹੁੰਦਾ ਵੀ ਇਹ ਕਿਹੜੀ ਐਜੂਕੇਸ਼ਨ ਕੀ ਹੈ, ਕੁਆਲੀਫਿਕੇਸ਼ਨ ਤੁਹਾਡੀ ਕੀ, ਇਹ ਕਿਹੜੇ ਸਟਰੀਮ 'ਚ ਹੈ, ਇਹ ਕਿਹਦੇ ਨਾਲ ਕੰਸਰਨਡ ਹੈ? ਪੰਜਾਬ ਯੂਨੀਵਰਸਿਟੀ ਤੋਂ ਕੀਤੀ? ਹਾਂਜੀ, ਕੈਂਪਸ, ਪੰਜਾਬ ਯੂਨੀਵਰਸਿਟੀ ਕੈਂਪਸ। ਕਿਹੜੇ ਸਾਲ 'ਚ ਕੀਤੀ ਸੀ? 2003 ਤੋਂ ਲੈ ਕੇ 2006 ਤੱਕ ਮੈਂ ਉੱਥੇ ਹੀ ਸੀ ਜੀ। ਓਕੇ, ਹਾਂਜੀ। ਤੇ ਕਿਉਂਕਿ ਤੁਸੀਂ ਡਬਲ ਮਾਸਟਰਸ ਕੀਤੀ ਆ ਤਾਂ ਉੱਥੇ ਤੋਂ 4 ਸਾਲਾਂ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਇੱਕ ਡੈਜ਼ਰਟੇਸ਼ਨ ਵੀ ਹੁੰਦੀ ਹੈ। ਓਕੇ, ਉਹਦੇ ਲਈ 6 ਮੰਥਸ ਐਕਸਟਰਾ ਹੁੰਦੇ ਆ। ਪਰ 2007 ਚ ਮੈਂ ਕੰਪਲੀਟ ਕੀਤਾ ਸੀ ਸਾਰਾ ਕੋਰਸ, ਪਰ ਮੈਂ ਡੈਜ਼ਰਟੇਸ਼ਨ ਦੇ ਨਾਲ ਯੂਨੀਵਰਸਿਟੀ 'ਚ ਜੌਬ ਕੀਤੀ ਸੀ ਫਿਰ। ਅੱਛਾ, ਜੌਬ ਵੀ ਕੀਤੀ ਤੁਸੀਂ? ਕਿੰਨਾ ਟਾਈਮ ਜੌਬ ਕੀਤੀ ਫਿਰ? ਯੂਨੀਵਰਸਿਟੀ 'ਚ ਮੈਂ 1 ਸਾਲ ਜੌਬ ਕੀਤੀ ਹੈ। ਉਸ ਤੋਂ ਬਾਅਦ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ 'ਚ ਮੈਂ 2 ਸਾਲ ਜੌਬ ਕੀਤੀ ਹੈ। ਗਵਰਨਮੈਂਟ ਜੌਬ ਸੀ ਉੱਥੇ ਵੀ ਮੇਰੀ। ਤੇ ਫਿਰ ਇੱਥੇ ਆ ਗਏ, ਫਿਰ ਇੱਥੇ ਆ ਕੇ ਜੌਬ ਕੀਤੀ ਹੈ। ਇੱਥੇ ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ 'ਚ ਮੈਂ ਜੌਬ ਕੀਤੀ ਹੈ। ਉਸ ਤੋਂ ਬਾਅਦ ਫਿਰ ਮੇਰੀ ਸਿੰਸ ਦੈਨ ਟੂ ਟਿਲ ਨਾਓ ਕਿ ਮੇਰੀ ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਮੇਨ ਰੋਡਸ ਵਿੱਚ ਐਜ਼ ਅ ਸਪੇਸ਼ਲ ਸਾਇੰਸ ਆਫਿਸਰ ਮੈਂ ਜੌਬ ਕਰਦੀ ਹਾਂ। ਤੁਸੀਂ ਮੋਟਾ ਲਾ ਲਓ ਕਿ ਮੁੰਡੇ ਘੱਟ ਹੀ ਪੜ੍ਹ ਕੇ ਰਾਜੀ ਆ, ਕੁੜੀਆਂ ਜ਼ਿਆਦਾ ਪੜ੍ਹਦੀਆਂ। ਨਹੀਂ, ਤੁਸੀਂ ਵੀ ਇੰਜੀਨੀਅਰਿੰਗ ਕੀਤੀ ਹੈ, ਤੁਸੀਂ ਵੀ ਉਹ ਹਾਈ ਕੁਆਲੀਫਿਕੇਸ਼ਨ ਦੇ ਵਿੱਚ ਹੀ ਆਉਂਦੀ ਆ। ਤੁਸੀਂ ਜੌਬ ਕੀਤੀ ਉੱਥੇ? ਮੈਂ ਹਾਂਜੀ, ਮੈਂ ਆਪਣੀ ਇੰਜੀਨੀਅਰਿੰਗ ਪਾਸ ਆਊਟ ਕਰਨ ਤੋਂ ਬਾਅਦ ਮੈਂ ਉੱਥੇ 4 ਸਾਲ ਜੌਬ ਕੀਤੀ ਹੈ ਜੀ, ਤੇ ਅਲੱਗ-ਅਲੱਗ 2 ਕੰਪਨੀਆਂ ਵਿੱਚ। ਤੇ ਉਸ ਤੋਂ ਇਲਾਵਾ ਫਿਰ ਅਸੀਂ ਆ ਗਏ ਸੀਗੇ 2009-10 ਚ, ਅਸੀਂ ਫਿਰ ਵਿਆਹ ਕਰਾ ਕੇ ਆ ਗਏ ਸੀਗੇ ਜੀ। ਸਾਡੀ PR ਆ ਗਈ ਸੀਗੀ, ਫਿਰ ਅਸੀਂ ਆ ਗਏ ਸੀਗੇ। ਅਰੇਂਜ ਮੈਰਿਜ ਤਾਂ ਨਹੀਂ ਲੱਗਦੀ ਤੁਹਾਡੀ, ਲਵ ਮੈਰਿਜ ਲੱਗਦੀ? ਨਹੀਂ ਜੀ, ਅਸੀਂ ਤਾਂ ਬਹੁਤ ਪੁਰਾਣੇ ਟਾਈਮ ਤੋਂ ਜਾਣਦੇ ਇੱਕ ਦੂਜੇ ਨੂੰ। ਅਸੀਂ ਘੱਟੋ ਘੱਟ ਲਾ ਲਓ ਵੀ ਅਸੀਂ 23-24 ਸਾਲਾਂ ਤੋਂ ਜਾਣਦੇ ਇੱਕ ਦੂਜੇ ਨੂੰ। 23-24 ਸਾਲਾਂ ਤੋਂ? ਮਾਈ ਗॉड, ਫਿਰ ਤਾਂ ਬਚਪਨ ਦੇ ਵਿੱਚ ਤੁਸੀਂ ਜਾਣਨ ਲੱਗ ਗਏ ਸੀ। ਬਿਲਕੁਲ ਜੀ। ਓਕੇ, ਹਾਂਜੀ, ਠੀਕ ਹੈ।
ਤੇ ਉਸ ਤੋਂ ਬਾਅਦ ਫਿਰ ਤੁਸੀਂ ਵਿਆਹ ਇੰਡੀਆ ਦੇ ਵਿੱਚ ਕਰਾਇਆ? ਹਾਂਜੀ ਹਾਂਜੀ ਓਕੇ, ਤੇ ਇੱਥੇ ਫਿਰ ਤੁਸੀਂ 9-10 ਦੇ ਵਿੱਚ ਆ ਗਏ ਹਾਂਜੀ, ਸੀ। ਹਾਂਜੀ। ਕਿਹੋ ਜਿਹਾ ਮਾਹੌਲ ਸੀ 9-10 ਦੇ ਵਿੱਚ ਆਸਟ੍ਰੇਲੀਆ ਦਾ? ਉਦੋਂ ਬਹੁਤ ਵਧੀਆ ਸੀਗਾ ਜੀ, ਬਹੁਤ ਵਧੀਆ ਮਾਹੌਲ ਸੀਗਾ। ਤੇ ਪਰ ਚਲੋ ਪਰਮਾਤਮਾ ਨੇ ਜਿੱਥੇ ਤੁਹਾਨੂੰ ਰੋਜ਼ੀ ਰੋਟੀ ਦੇਣੀ ਆ, ਜਿੱਥੇ ਤੁਹਾਡਾ ਮੁਰਗਾ ਪਾਣੀ ਲਿਖਿਆ ਤੁਸੀਂ ਉੱਥੇ ਹੀ ਖਾਣਾ ਜਾ ਕੇ। ਤੇ ਸਟਰਗਲ ਪੀਰੀਅਡ ਕਿਦਾਂ ਦਾ ਸੀ? ਸਟਰਗਲ ਇਦਾਂ ਸੀਗਾ ਜੀ, ਜਦੋਂ ਅਸੀਂ ਨਵੇਂ ਆਏ ਤੇ ਪ੍ਰੀਤ ਦੇ ਫਰੈਂਡ ਸੀਗੇ ਤੇ ਉਹਨਾਂ ਨੇ ਸਾਨੂੰ ਇੱਕ ਸ਼ੇਅਰਿੰਗ ਤੇ ਅਕੋਮੋਡੇਸ਼ਨ ਲੈਤੀ। ਚੱਕਰ ਇਹ ਹੁੰਦਾ ਜੀ, ਜਿੱਦਾਂ ਤੁਸੀਂ ਮੰਨ ਲਓ ਚੰਡੀਗੜ੍ਹ ਤੋਂ ਤੁਸੀਂ ਨੋਇਡਾ ਗੁੜਗਾਉਂ ਵੀ ਜਾਂਦੇ ਹੋ ਜਾਂ ਤੁਸੀਂ ਪੂਨੇ ਬੰਬਈ ਵੱਲ ਵੀ ਜਾਂਦੇ ਹੋ, ਤੁਹਾਡਾ ਥੋੜਾ ਜਿਹਾ ਲੈਂਗੁਏਜ ਦਾ ਫਰਕ ਪੈਂਦਾ, ਤੁਹਾਨੂੰ ਅੰਡਰਸਟੈਂਡ ਕਰਨ ਨੂੰ ਟਾਈਮ ਲੱਗਦਾ। ਤੁਸੀਂ ਕੋਈ ਵੀ ਆਪਣਾ ਕਿਤੇ ਵੀ ਇੰਟਰਵਿਊ ਦਿੰਦੇ ਆ ਜਾਂ ਤੁਸੀਂ ਸੈਟਲ ਹੁੰਦੇ ਹੋ। ਹੁਣ ਚਾਹੇ ਅਸੀਂ ਪੜ੍ਹੇ ਲਿਖੇ ਸੀਗੇ, ਪਰ ਜਦੋਂ ਅਸੀਂ ਜੌਬ ਅਪਲਾਈ ਕਰਦੇ ਸੀਗੇ, ਅਸੀਂ seek.com ਤੇ ਅਪਲਾਈ ਕਰਨਾ, ਤੇ ਸਾਡਾ ਪੰਗਾ ਕੀ ਪੈਣਾ ਕਿ ਜਦੋਂ ਸਾਨੂੰ ਕੋਈ ਇੰਟਰਵਿਊ ਕਾਲ ਆਉਣੀ, ਸਾਨੂੰ ਦੋਨਾਂ ਨੂੰ ਮੌਤ ਪੈ ਜਾਣੀ। ਮਤਲਬ ਪੰਗਾ ਕੀ ਸੀਗਾ ਕਿ ਜਦੋਂ ਫੋਨ ਆਣਾ, ਪ੍ਰੀਤ ਨੂੰ ਸਮਝ ਆ ਜਾਂਦਾ ਸੀਗਾ ਪਰ ਬੋਲਣਾ ਨਹੀਂ ਆਉਂਦਾ, ਮੈਨੂੰ ਬੋਲਣਾ ਆਉਂਦਾ ਸੀਗਾ, ਮੈਨੂੰ ਗੱਲ ਨਹੀਂ ਸਮਝ ਨਹੀਂ ਆਉਂਦੀ। ਨਹੀਂ ਉਲਟਾ ਬੋਲ ਗਏ ਤੁਸੀਂ। ਇਹਨਾਂ ਨੂੰ ਸਮਝ ਆ ਜਾਂਦਾ ਸੀ ਐਕਸੈਂਟ ਉਹਨਾਂ ਦਾ ਕੀ ਹੈ, ਮੈਨੂੰ ਐਕਸੈਂਟ ਸਮਝ ਨਹੀਂ ਸੀ ਆਉਂਦਾ, ਪਰ ਮੈਨੂੰ ਬੋਲਣਾ ਆਉਂਦਾ ਸੀਗਾ ਕਿ ਮੈਨੂੰ ਨੂੰ ਆਨਸਰ ਕਿਵੇਂ ਕਰਨਾ ਹੈ। ਫਿਰ ਅਸੀਂ ਸਪੀਕਰ ਔਨ ਕਰਨਾ, ਇਹਨਾਂ ਨੇ ਸਮਝਣਾ, ਫਿਰ ਨੀਚੇ ਲਿਖ ਕੇ ਕੀ ਪੁਆਇੰਟਸ ਲਿਖ ਕੇ ਦੱਸਣੇ ਕਿ ਉਹ ਇਹ ਪੁੱਛ ਰਹੇ ਆ। ਠੀਕ ਹੈ, ਇੱਕ ਦੋ ਜੌਬਸ ਸਾਡੀਆਂ ਇਸੇ ਚੱਕਰ 'ਚ ਗਈਆਂ ਵੀ ਹੈ। ਮਤਲਬ ਜਦੋਂ ਸਾਨੂੰ ਕਾਲ ਆਣੀ, ਉਹਨੇ ਕਹਿਣਾ ਹਾਈ ਮੈਟ ਯੂ ਅਪਲਾਈਡ ਫॉर ਦਾ ਫੋਕਲਿਫਟ ਆਪਰੇਟਰ ਔਰ ਮਸ਼ੀਨ ਆਪਰੇਟਰ, ਯੂ ਨੋ ਹਾਊ ਟੂ ਆਪਰੇਟ ਅ ਮਸ਼ੀਨ। ਮੈਂ ਪਹਿਲਾਂ ਸੋਚੀ ਜਾਣਾ, I live in Sunnybank Hills and I'm permanent resident of Australia. ਉਹਨੇ ਕਹਿੰਦਾ no, I'm not asking that. ਉਹਨੇ ਪੁੱਛਿਆ ਤੈਨੂੰ ਆ ਚਲਾਣਾ ਆਉਂਦਾ, ਤੈਨੂੰ ਆ ਚਲਾਣਾ ਆਉਂਦਾ। ਮੈਂ ਕਹਿੰਦਾ no, I live in Sunnybank Hills and I'm a permanent resident of Australia. ਇਹ ਕਿੰਨਾ ਚਿਰ ਤਾਂ ਇਹੀ ਚੱਲਦਾ ਰਿਹਾ ਜੀ, ਕਿੰਨਾ ਚਿਰ ਤਾਂ ਇਹੀ ਚੱਲਦਾ ਰਿਹਾ। ਉਸ ਤੋਂ ਬਾਅਦ ਮੈਨੂੰ ਯਾਦ ਹੈ ਇੱਕ ਮੈਂ ਜੌਬ ਕੀਤੀ ਅਪਲਾਈ, ਬੋਵਨ ਪੈਂਦੀ ਹੈ ਜੀ ਵਿਟਸਨ ਕੋਸਟ, ਤੇ ਉੱਥੇ ਅਪਲਾਈ ਕੀਤਾ। ਤੇ ਜਦੋਂ ਕਾਲ ਕੱਟੀ ਉਹਨਾਂ ਨੇ ਐਕਚੁਅਲੀ ਮੈਨੂੰ ਟਿਕਟ ਭੇਜਣੀ ਸੀਗੀ, ਰਿਟਰਨ ਟਿਕਟ। ਉਹ ਕਹਿੰਦੇ ਓਕੇ ਮੈਟ ਆਈ ਵਿਲ ਸੈਂਡ ਯੂ, ਕੀ ਕਹਿੰਦੇ ਉਹਨੂੰ, ਆਈਟਨਰੀ ਕਹਿੰਦੇ ਆ, ਕਹਿੰਦੇ ਤੁਹਾਨੂੰ ਆਈਟਨਰੀ ਭੇਜ ਦਿਓ। ਫੋਨ ਕਰਤਾ, ਮੈਂ ਕਿਹਾ ਯਾਰ ਪਤਾ ਹੀ ਕਹਿੰਦਾ ਕੁਝ ਭੇਜਣਾ ਆ। ਜਦੋਂ ਈਮੇਲ ਟਿਕਟ ਆਈ, ਮੈਂ ਕਿਹਾ ਟਿਕਟ ਦੀ ਗੱਲ ਕਰਦਾ ਸੀਗਾ। ਉਹ ਫਿਰ ਥੋੜਾ ਜਿਹਾ ਟਾਈਮ ਲੱਗ ਗਿਆ ਜੀ ਉਸ ਚੀਜ਼ ਸਮਝਣ ਨੂੰ। ਉਸ ਤੋਂ ਬਾਅਦ ਅਸੀਂ ਇੱਕ ਮਤਲਬ ਆਪਣਾ ਬਣਾ ਲਿਆ ਸੀ ਕਿ ਜਦੋਂ ਫੋਨ ਆਂਦਾ ਨਾ, ਉਹਨਾਂ ਨੂੰ ਕੀ ਪੁਆਇੰਟਸ ਫੜ ਕੇ ਆਨਸਰ ਕਰ ਦੇਣਾ ਤੇ ਉਹਨਾਂ ਨੂੰ ਕਹਿ ਦੇਣਾ ਪਲੀਜ਼ ਈਮੇਲ ਮੀ, ਕਿ ਉਹ ਫਿਰ ਤੁਸੀਂ ਛੇਤੀ ਸਮਝ ਜਾਂਦੇ ਹੋ ਕਿ ਉਹ ਤੁਹਾਤੋਂ ਕੀ ਚਾਹੁੰਦੇ ਆ। ਜੀ ਜੀ ਜੀ। ਹੁਣ ਤਾਂ ਆਪਾਂ ਗੋਰਿਆਂ ਨੂੰ ਪੰਜਾਬੀ ਬੋਲਣ ਲੱਗ ਦਿੱਤਾ ਜੀ, ਹੁਣ ਤਾਂ ਕੋਈ ਗੱਲ ਨਹੀਂ। ਤਾਂ ਥੋੜੀ ਸਟਰਗਲ, ਉਹ ਬਿਗਨਿੰਗ ਦੀ ਸਟਰਗਲ ਸੀ, ਬਾਕੀ ਉਹ ਸਾਰਿਆਂ ਨਾਲ ਹੀ ਹੁੰਦੀ ਹੈ ਜੀ, ਕਿਉਂਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਰਹਿਣ, ਚਾਹੇ ਆਪਾਂ ਨੂੰ ਇੰਗਲਿਸ਼ ਆਉਂਦੀ ਵੀ ਆ, ਉਹ ਐਕਸੈਂਟ ਹੀ ਵੱਖਰਾ ਹੁੰਦਾ। ਸਾਨੂੰ ਉਹ ਸੁਣਨ ਦੀ ਆਦਤ ਨਹੀਂ ਹੁੰਦੀ ਆ ਜੋ ਇੱਥੇ ਐਕਸੈਂਟ ਆ। ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਵੈਸੇ ਹੀ 12 ਕੋਹ ਦੇ ਉੱਤੇ ਪੰਜਾਬੀ ਦਾ ਐਕਸੈਂਟ ਚੇਂਜ ਹੋ ਜਾਂਦਾ। ਹਾਂਜੀ, ਉੱਥੇ ਤਾਂ ਹਰ ਡਿਸਟ੍ਰਿਕਟ ਵਾਈਜ਼ ਵੀ ਅਗਰ ਆਪਾਂ ਜਾਈਏ ਨਾ, ਬਿਲਕੁਲ ਡਿਫਰੈਂਟ ਐਕਸੈਂਟ ਹੁੰਦਾ ਤੁਹਾਡਾ। ਕਈ ਵਾਰੀ ਸਮਝ, ਕਈ ਵਰਡ ਵੀ ਇਦਾਂ ਦੇ ਹੁੰਦੇ ਕਿ ਆਪਾਂ ਨੂੰ ਸਮਝ ਹੀ ਨਹੀਂ ਆਉਂਦੇ ਵੀ ਉਹ ਕੀ ਕਹਿਣਾ ਚਾਹ ਰਹੇ ਨੇ। ਵੀਜ਼ਾ ਕਿਹੜਾ ਸੀ ਜਦੋਂ ਆਸਟ੍ਰੇਲੀਆ ਆਏ ਸੀ? ਅਸੀਂ ਪੀਆਰ ਤੇ ਆਏ ਸੀ। ਪੀਆਰ ਤੇ ਆਏ ਸੀ? ਹਾਂਜੀ, ਕਿਉਂਕਿ ਮੈਂ ਬੈਚਲਰਸ ਕੀਤੀ ਸੀ ਮੈਕੈਨੀਕਲ ਇੰਜੀਨੀਅਰਿੰਗ ਵਿੱਚ, ਤੇ ਮੈਂ ਆਪਣੀ ਬੈਚਲਰਸ ਦੇ ਬੇਸ ਤੇ ਅਸੀਂ ਫਿਰ ਅਪਲਾਈ ਕੀਤਾ। ਉਹ ਫਿਰ ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਸੀਗਾ ਜੀ। ਉਦੋਂ ਤੁਸੀਂ ਮੇਨ ਐਪਲੀਕੈਂਟ ਦੀ ਫੀਸ ਲੱਗਦੀ ਸੀਗੀ $2060। ਉਹ ਦੇ ਕੇ ਤੁਸੀਂ ਨਾਲ ਭਾਵੇਂ ਆਪਣੇ ਬੱਚੇ ਲਿਓ, ਘਰ ਵਾਲੀ ਲਿਓ, ਤੁਹਾਡੀ ਕੋਈ ਫੀਸ ਨਹੀਂ ਲੱਗਦੀ, ਸਿਰਫ ਟਿਕਟ ਲੱਗਦੀ ਸੀਗੀ। ਹੁਣ ਤਾਂ ਬਾਅਦ ਚੇਂਜ ਹੋ ਗਿਆ ਸੀਗਾ ਟ੍ਰੈਂਡ ਸਾਰਾ, ਪਰ ਉਦੋਂ ਤੁਸੀਂ ਬੜਾ ਸੌਖਾ ਆ ਸਕਦੇ ਸੀਗੇ ਉਸ ਟਾਈਮ ਤੇ ਸਾਡੀ ਪੀਆਰ ਮੇਰੇ ਖਿਆਲ ਚ 1.5 ਸਾਲ ਵਿੱਚ ਆ ਗਈ ਸੀਗੀ। ਓਕੇ, ਹਾਂਜੀ, ਵੈਰੀ ਨਾਈਸ। ਤੁਹਾਨੂੰ ਫਿਰ ਇੰਨਾ ਸਟਰਗਲ ਨਹੀਂ ਕਰਨਾ ਪਿਆ ਜੋ ਆਮ ਲੋਕਾਂ ਨੂੰ ਕਰਨਾ ਪੈਂਦਾ? ਨਹੀਂ ਜੀ, ਸਾਨੂੰ ਕਈ ਵਾਰੀ ਕਿੱਦਾਂ ਹੁੰਦਾ ਨਾ, ਇੱਕ ਫੀਲ ਗੁੱਡ ਫੈਕਟਰ ਆ ਜਾਂਦਾ ਨਾ, ਜਦੋਂ ਅਸੀਂ ਕਿਤੇ ਦੋਸਤਾਂ ਨੂੰ ਮਿਲਣਾ, ਉਹ ਤੈਨੂੰ ਕੀ ਲੋੜ ਆ, ਤੂੰ ਤਾਂ ਹੈ ਹੀ ਪੀਆਰ ਆ, ਤੈਨੂੰ ਕੀ ਲੋੜ ਆ, ਤੂੰ ਤਾਂ ਹੈ ਹੀ ਪੀਆਰ ਆ। ਸਾਨੂੰ ਲੋਕਾਂ ਨੇ ਪੁੱਛ ਕੇ ਜਾਣੀ, ਮੈਂ ਕਿਹਾ ਸਾਨੂੰ ਕੀ ਲੋੜ ਆ ਕੰਮ ਕਰਦੀ, ਤਾਂ ਮੈਂ ਪੀਆਰ ਆ। ਫਿਰ ਸਾਨੂੰ ਥੋੜੀ ਸਮਝ ਆਈ, ਨਹੀਂ ਕੰਮ ਤਾਂ ਕਰਨਾ ਪੈਣਾ, ਪੁੱਛ ਕੇ ਦੇ ਬੈਠੇ ਨੇ। ਪਰ ਵੀ ਸਾਡੇ ਫਰੈਂਡਸ ਦਾ ਥੈਂਕਸ ਆ, ਉਹਨਾਂ ਨੇ ਸਾਨੂੰ ਸ਼ੁਰੂ ਤੋਂ ਹੀ ਕਿ ਵੀ ਜੌਬ ਤੁਸੀਂ ਆਪਣੀ ਫੀਲਡ ਦੀ ਜੌਬ ਅਪਲਾਈ ਕਰਕੇ ਦੇਖੋ ਪਹਿਲਾਂ, ਤੇ ਵੀ ਬੈਟਰ ਆ। ਤੇ ਅਸੀਂ ਸ਼ਾਇਦ ਉਹੀ ਸੁਣ ਕੇ ਉਹਨਾਂ ਦੀਆਂ ਗੱਲਾਂ, ਕਿਉਂਕਿ ਆਬਵੀਅਸਲੀ ਤੁਸੀਂ ਜਦ ਤੁਸੀਂ ਆਉਂਦੇ ਹੋ, ਜਿਨ੍ਹਾਂ ਕੋਲ ਤੁਸੀਂ ਆਉਂਦੇ ਹੋ, ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਜੀ। ਜੇ ਉਹ ਟੈਕਸੀ ਚਲਾ ਰਿਹਾ ਤਾਂ ਤੁਸੀਂ ਵੀ ਟੈਕਸੀ ਚਲਾਉਣੀ ਹੈ। ਜੇ ਉਹ ਜੌਬ ਕਰਦੇ ਆ, ਤੇ ਟੈਕਸੀ ਦੇ ਵਿੱਚ ਪੈਸਾ ਸੁਣਿਆ ਮੈਂ ਕਾਫੀ ਸੀਗਾ, ਬਹੁਤ ਸੀਗਾ। ਤੇ ਤੁਸੀਂ ਨਹੀਂ ਮਨ ਬਣਾਇਆ ਟੈਕਸੀ ਚਲਾਉਣ ਦਾ? ਮੈਂ ਚਲਾਈ ਹੈ ਜੀ ਬਾਅਦ ਚ। ਅੱਛਾ, ਹਾਂਜੀ, ਮੈਂ ਲਾਇਸੈਂਸ ਵੀ ਲਿਆ ਸੀਗਾ ਬਾਅਦ ਚ। ਫਿਰ ਨਹੀਂ, ਉਹਦੇ ਨਾਲ ਨਾ ਤੁਹਾਡਾ ਟਾਈਮ ਨਹੀਂ ਮੈਚ ਕਰਦਾ, ਤੁਸੀਂ ਟਾਈਮ ਨਹੀਂ ਦੇ ਪਾਉਂਦੇ। ਜੌਬ ਠੀਕ ਹੈ, ਤੁਸੀਂ ਇੰਨੇ ਵਜੇ ਗਏ, ਘੱਟੋ ਘੱਟ ਇੰਨੇ ਵਜੇ ਘਰੇ ਆ ਗਏ, ਤੁਹਾਡਾ ਇੱਕ ਸਕੇਡਿਊਲ ਹੈ ਵੀ ਤੁਸੀਂ ਆਹ ਦਿਨ ਜਾਣਾ, ਆਹ ਦਿਨ ਨਹੀਂ ਜਾਣਾ। ਛੁੱਟੀ ਮਾਰਨੀ ਕੋਈ ਚੱਕਰ ਨਹੀਂ, ਸਿਕ ਲੀਵ ਮਾਰੋ, ਐਨੂਅਲ ਲੀਵ ਲਓ, ਤੁਹਾਡੀਆਂ ਬਹੁਤ ਛੁੱਟੀਆਂ ਜੁੜਦੀਆਂ। ਬਿਜ਼ਨਸ ਵਿੱਚ ਨਾ ਤੁਸੀਂ ਫਿਰ ਬੰਨੇ ਜਾਂਦੇ ਹੋ, ਤੁਸੀਂ ਦੁਕਾਨ ਤੇ ਬੈਠੋਗੇ ਤਾਂ ਤੁਹਾਡੀ ਦੁਕਾਨਦਾਰੀ ਚੱਲੂਗੀ, ਨਹੀਂ ਤਾਂ ਤੁਹਾਡੀ ਦੁਕਾਨ ਬੰਦ ਆ। ਤੁਸੀਂ ਕਿਸੇ ਦੇ ਆਸਰੇ ਦੁਕਾਨ ਨਹੀਂ ਚਲਾ ਸਕਦੇ। ਮਤਲਬ ਏਦਾਂ ਨਹੀਂ ਹੈ ਕਿ ਟੈਕਸੀ ਦਾ ਨਜ਼ਾਰਾ ਨਹੀਂ ਲਿਆ, ਆਪਰੇਟਰ ਬਣ ਕੇ ਦੇਖ ਲਿਆ। ਬਾਕੀ ਤੁਹਾਨੂੰ ਗੱਲ ਦੱਸਦੇ, ਜਿੱਦਾਂ ਹੈਲਪ ਦੀ ਆਪਾਂ ਗੱਲ ਕਰਦੇ ਹਾਂ ਜੀ, ਸੌਰੀ, ਜਿੱਦਾਂ ਆਪਾਂ ਹੈਲਪ ਦੀ ਗੱਲ ਕਰਦੇ ਹਾਂ,
ਪ੍ਰੀਤ ਦਾ ਕਿੱਦਾਂ ਰਿਹਾ ਜੀ, ਸਾਨੂੰ ਦੇਖ ਲਓ 12-13 ਸਾਲ ਹੋ ਗਏ ਜੀ ਇਹਨੂੰ। ਅੱਛਾ ਜੀ। ਅੱਜ ਵੀ ਪ੍ਰੀਤ ਦੇ ਇੰਨੇ ਕੁ ਕੰਟੈਕਟ ਵਧੀਆ ਨੇ ਉੱਥੇ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਮੋਹਾਲੀ ਦਾ ਕੋਈ ਵੀ ਕੰਮ ਆ ਨਾ ਫੋਨ ਤੇ ਮੈਡਮ ਜੀ ਕਰਾ ਦਿੰਦੀ ਆ। ਮਤਲਬ ਇੰਨੀ ਕੁ ਸੋਹਣੀ ਬਣੀ ਹੋਈ ਹੈ, ਹਾਂਜੀ, ਮਤਲਬ ਕਿ ਵਾਈਸ ਚਾਂਸਲਰ ਸਾਰੇ ਹੋ ਗਏ, ਉਹਨਾਂ ਨਾਲ ਮਤਲਬ ਕਿ ਬਹੁਤ ਵਧੀਆ ਕੰਟੈਕਟ ਰੱਖਿਆ ਤੇ ਸਾਰੇ ਕੰਮ। ਪੰਜਾਬੀ ਯੂਨੀਵਰਸਿਟੀ ਦੇ ਵੀਸੀ ਹੁਣੇ ਟੈਨਿਓਰ ਉਹਨਾਂ ਨੇ ਪੂਰਾ ਕੀਤਾ ਆਪਣਾ, ਪ੍ਰੋਫੈਸਰ ਘੁੰਮਣ। ਓਕੇ। ਹਾਂਜੀ, ਉਹਨਾਂ ਦੇ ਵਾਈਫ ਪ੍ਰੋਫੈਸਰ ਧਿਆਨ ਕੌਰ। ਅੱਛਾ ਜੀ। ਮੇਰੇ ਗੁਰੂ ਤੇ ਮੇਰੇ ਸਭ ਕੁਝ, ਮਤਲਬ ਕਿ ਮੈਂ ਉਹਨਾਂ ਕੋਲ ਪੜ੍ਹੀ ਆ। ਹਾਂਜੀ। ਤੇ ਮੇਰੇ ਵਾਲੇ ਪਾਸੇ ਜੀ ਮਤਲਬ ਕਿ ਮੈਂ ਸ਼ੁਰੂ ਤੋਂ ਸਕੂਲ ਤੋਂ ਲੈ ਕੇ ਜੋਬ, ਇੰਜੀਨੀਅਰਿੰਗ ਤੋਂ ਲੈ ਕੇ ਇੰਡੀਆ, ਆਸਟ੍ਰੇਲੀਆ, ਮੇਰਾ ਯਾਰਾਂ ਦੋਸਤਾਂ ਨੇ ਬਹੁਤ ਸਾਥ ਦਿੱਤਾ ਜੀ। ਮਤਲਬ ਕਿ ਇੱਕ ਮੇਰੇ ਅੱਜ ਵੀ ਕੰਟੈਕਟ ਨੇ ਜਿਹੜੇ ਮੇਰੇ ਨਾਲ 6ਵੀਂ 7ਵੀਂ ਸਕੂਲਾਂ 'ਚ ਪੜ੍ਹੇ ਨੇ, ਭਾਵੇਂ ਉਹ ਕੈਨੇਡਾ ਬੈਠੇ ਨੇ, ਭਾਵੇਂ ਇੱਥੇ ਆਸਟ੍ਰੇਲੀਆ, ਭਾਵੇਂ ਨਿਊਜ਼ੀਲੈਂਡ, ਭਾਵੇਂ ਇੰਡੀਆ ਨੇ। ਮਤਲਬ ਕਿ ਮੇਰਾ ਉਹਨਾਂ ਨੇ ਇੱਕ ਸਟੇਜ ਤੇ ਹੈਲਪ ਕੀਤੀ ਹੋਈ। ਤਾਂ ਮੇਰੀ ਮਤਲਬ ਕਿ ਤੂੰ ਦੇਖ ਲਓ ਫੋਨ ਬੁੱਕ ਵਿੱਚ ਇੰਨੇ ਰਿਸ਼ਤੇਦਾਰ ਨਹੀਂ ਹੈਗੇ ਜਿੰਨੇ ਮੇਰੇ ਯਾਰ ਦੋਸਤ ਆ, ਔਰ ਉਹ ਨੇ ਜਿਹੜੇ ਤੁਹਾਡੇ ਨਾਲ ਖੜਦੇ ਆ, ਤੁਹਾਨੂੰ ਹੈਲਪ ਕਰਦੇ ਹਰ ਚੀਜ਼। ਤੁਸੀਂ ਬਹੁਤ ਲੱਕੀ ਹੋ ਇਸ ਗੱਲ ਲਈ, ਹੈ ਨਾ। ਨਹੀਂ ਤਾਂ ਲੋਕੀ ਜਦੋਂ ਇੱਥੇ ਆ ਜਾਂਦੇ ਨੇ, ਕਾਫੀ ਜਿਹੜੇ ਚੰਗੇ ਦੋਸਤ ਵੀ ਨੇ ਉਹ ਵੀ ਟੁੱਟ ਜਾਂਦੇ ਨੇ, ਪਰ ਇਹ ਨਹੀਂ ਹੁੰਦਾ ਕਿ 5 ਉਂਗਲਾਂ ਬਰਾਬਰ ਹੁੰਦੀਆਂ ਨੇ। ਕਈ ਲੋਕ ਬਹੁਤ ਚੰਗੇ ਹੁੰਦੇ ਨੇ। ਕਿਉਂਕਿ ਮੈਂ ਕਿਤੇ ਲਿਖਿਆ ਸੀ ਇੱਕ ਵਾਰੀ ਕਿ ਨਵੇਂ ਯਾਰ ਦੋਸਤ ਬਣਾਉਣ ਦੀ ਲੋੜ ਉਹਨਾਂ ਨੂੰ ਪੈਂਦੀ ਆ ਜਿਨ੍ਹਾਂ ਕੋਲ ਪੁਰਾਣੇ ਨਹੀਂ ਹੁੰਦੇ। ਤੁਸੀਂ ਉਦੋਂ ਨਵੇਂ ਬਣਾਉਂਦੇ ਹੋ ਜਦੋਂ ਤੁਹਾਡੇ ਕੋਲ ਪੁਰਾਣੇ ਨਹੀਂ ਆ, ਨਹੀਂ ਤਾਂ ਤੁਹਾਨੂੰ ਲੋੜ ਹੀ ਨਹੀਂ ਹੈਗੀ। ਇਹ ਚੱਕਰ ਹੈ। ਇਹ ਤੇ ਹੈ ਜੀ। ਨਾਲੇ ਵੈਸੇ ਵੀ ਜਦੋਂ ਬੰਦਾ ਬਾਹਰਲੇ ਮੁਲਕ ਦੇ ਵਿੱਚ ਆਉਂਦਾ, ਤੁਹਾਡੇ ਵੈਸੇ ਹੀ ਦੋਸਤ ਮਿੱਤਰ ਛੁੱਟ ਜਾਂਦੇ ਨੇ ਇੰਡੀਆ ਦੇ ਵਿੱਚ। ਇੱਥੇ ਆ ਕੇ ਤੁਹਾਨੂੰ ਇੱਕ ਜਿਹੜਾ ਇਮੋਸ਼ਨਲ ਟਰੋਮਾ ਹੁੰਦਾ ਉਹ ਕਢਾਉਣਾ ਜ਼ਰੂਰ ਪੈਂਦਾ। ਚਲੋ ਤੁਸੀਂ ਬਹੁਤ ਲੱਕੀ ਰਹੇ ਕਿ ਇਸ ਗੱਲ ਲਈ ਤੁਹਾਨੂੰ ਵਧੀਆ ਦੋਸਤ ਮਿੱਤਰ ਮਿਲੇ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਤੇ ਹੁਣ ਤੱਕ ਦੇ ਰਹੇ ਨੇ। ਐਕਚੁਅਲੀ ਤੁਸੀਂ ਬਹੁਤ ਜ਼ਿਆਦਾ ਲੱਕੀ ਹੋ। ਤੇ ਹੁਣ ਤੁਹਾਡਾ ਕੀ ਕਾਰੋਬਾਰ ਆ, ਕੀ ਕਰਦੇ ਹੋ? ਮੈਂ ਕਰਦਾ ਕੋਕਾ ਕੋਲਾ ਕੰਪਨੀ 'ਚ ਕੰਮ ਕਰਦਾ ਜੀ ਮੈਂ। ਅੱਛਾ। ਕੋਕਾ ਕੋਲਾ ਪਹਿਲਾਂ ਐਮਟਲ ਸੀਗੀ, ਹੁਣ ਕੋਕਾ ਕੋਲਾ ਯੂਰਪੀਅਨ ਪਾਰਟਨਰਸ ਬਣ ਗਈ ਸਾਰੀ, ਉਹਨਾਂ ਦੀ ਕੋਲੈਬੋਰੇਸ਼ਨ ਜੀ ਹੋ ਗਈ। ਤੇ ਅਸੀਂ ਬਸ ਉਹ ਡੇਲੀ ਬੈਵਰੇजेस ਬਣਦੇ ਨੇ ਤੇ ਧੜਾ ਵੇਚਦੇ ਨੇ ਕੰਪਨੀ ਦਾ। ਪਹਿਲਾਂ ਤਾਂ ਇਹ ਕਹਿੰਦਾ ਜੀ ਸੌਫਟ ਡਰਿੰਕ ਨਾ ਪੀਓ, ਕਿ ਪਾਣੀ ਜੂਸ ਵਗੈਰਾ ਜਿੰਨਾ ਤੁਸੀਂ ਪੀ ਸਕਦੇ ਹੋ ਪੀ ਲਓ, ਕਿਉਂਕਿ ਸੌਫਟ ਡਰਿੰਕ ਐਕਚੁਅਲੀ ਜੇ ਪੀਣਾ ਹੀ ਚਾਹੁੰਦਾ ਨਾ ਕੋਈ ਤੇ ਨੋ ਸ਼ੂਗਰ ਵਾਲੇ ਬੜੇ ਆਉਂਦੇ ਨੇ, ਕਿਉਂਕਿ ਜਿਹੜੀ ਐਕਚੁਅਲ ਸ਼ੂਗਰ ਆ ਤੁਹਾਡੀ ਬੋਡੀ ਨੂੰ ਉਹ ਖਰਾਬ ਕਰਦੀ ਆ, ਸ਼ੂਗਰ ਜਿਹੜੀ ਵਿੱਚ ਪਈ ਹੁੰਦੀ ਉਹਦੇ। ਅਦਰਵਾਈਜ਼ ਜੇ ਸਵੀਟਨਰ ਵੀ ਆ ਤਾਂ ਤੁਸੀਂ ਹੁਣ ਜੇ ਜੰਕ ਫੂਡ ਖਾਂਦੇ ਹੋ, ਬੈਵਰੇਜ ਦਾ ਮੇਨ ਕੰਮ ਹੀ ਇਹੀ ਹੈ ਜੀ ਤੁਹਾਡੇ ਜੰਕ ਫੂਡ ਨੂੰ ਡਾਈਜੈਸਟ ਕਰਨਾ। ਤੁਸੀਂ ਜੰਕ ਫੂਡ ਖਾਓਗੇ ਤਾਂ ਬੈਵਰੇਜ ਡਾਈਜੈਸਟ ਕਰੂਗਾ, ਪਾਣੀ ਨਹੀਂ ਡਾਈਜੈਸਟ ਕਰੂਗਾ। ਇਸ ਕਰਕੇ ਉਹ ਪੀਓ, ਪਰ ਇੰਨਾ ਨਹੀਂ ਵੀ ਤੁਸੀਂ ਸਵੇਰ ਤੋਂ ਲੈ ਕੇ ਇੱਕ ਪੂਰਾ ਕਾਰਟਨ ਹੀ ਖਤਮ ਕਰਤਾ, ਇੱਕ ਅੱਧਾ ਪੀ ਲਓ ਕੋਈ ਗੱਲ ਨਹੀਂ। એનર્ਜੀ ਡਰਿੰਕ ਆ ਸਾਰੇ, ਮਤਲਬ ਲਿਮਿਟ 'ਚ ਕੁਝ ਵੀ ਪੀਓ, ਇਹ ਹੈ ਚੱਕਰ। ਹਾਂਜੀ। ਪਰ ਬੱਚਿਆਂ ਨੂੰ ਅਵੋਇਡ ਕਰਨੇ ਚਾਹੀਦੇ ਆ ਕਿ ਬੱਚਿਆਂ ਦੇ ਸਾਡੇ ਟੀਚਿੰਗ ਤੇ ਬਹੁਤ ਫਰਕ ਪੈਂਦਾ ਹੈ। ਸਾਡੇ ਘਰੇ ਮੀਨਸ ਇਹਨਾਂ ਨੂੰ ਕਾਰਟਨਸ ਫ੍ਰੀ ਮਿਲਦੇ ਆ, ਪਰ ਬੱਚਿਆਂ ਨੂੰ ਅਸੀਂ ਬਿਲਕੁਲ ਆਦਤ ਨਹੀਂ ਪਾਈ ਕਿ ਤੁਸੀਂ ਪੀਣਾ। ਜੀ ਮੇਰੇ ਅਲੱਗ-ਅਲੱਗ ਐਕਸਪੀਰੀਅੰਸ ਰਹੇ ਜੀ। ਪਹਿਲਾਂ ਮੇਰੀ ਜੌਬ ਸਟਾਰਟ ਹੋਈ ਸਟੀਲ ਪਲਾਂਟ ਤੋਂ, ਫਿਰ ਮੈਂ ਗਿਆ ਫਾਊਂਡਰੀ ਵਿੱਚ, ਉੱਥੇ ਸਾਰੇ ਆਟੋਮੋਬਾਈਲ ਪਾਰਟਸ ਬਣਦੇ ਸੀਗੇ ਜਿੰਨੇ ਵੀ। ਫਿਰ ਮੈਂ ਇੱਥੇ ਬ੍ਰਿਸਬਨ ਆ ਕੇ ਫਿਰ ਮੈਂ ਪਹਿਲਾਂ ਇੱਕ ਮੈਟਰਸ ਕੰਪਨੀ ਸੀਗੀ ਉੱਥੇ ਜੌਬ ਕੀਤੀ, ਤੇ ਹੁਣ ਮੈਂ ਬੈਵਰੇਜ। ਮੇਰੇ ਕੋਲ ਮਤਲਬ ਅਲੱਗ-ਅਲੱਗ ਜਿਵੇਂ ਕਹਿ ਲਓ ਐਕਸਪੀਰੀਅੰਸ ਇਕੱਠੇ ਹੋ ਗਏ ਜੀ ਉਸ ਚੀਜ਼ ਦੇ। ਤੇ ਤੁਹਾਡੇ ਕਿੰਨੇ ਬੱਚੇ ਆ ਜੀ? 2 ਬੇਟੀਆਂ ਸਾਡੇ ਕੋਲ। 2 ਬੇਟੀਆਂ। ਕਿੰਨੇ ਸਾਲਾਂ ਦੀਆਂ? ਵੱਡੇ ਵਾਲੇ 10 ਸਾਲ ਦੀ ਆ ਤੇ ਛੋਟੇ ਵਾਲੀ 5 ਸਾਲ ਦੀ ਆ। ਚਲੋ ਦੋਨੋਂ ਸਕੂਲ ਜਾਂਦੀਆਂ ਨੇ। ਬਿਲਕੁਲ ਜੀ, ਬਿਲਕੁਲ। ਵਧੀਆ ਗੱਲ ਹੈ। ਤੇ ਤੁਸੀਂ ਇੱਥੇ ਹੁਣ ਜੌਬ ਕਰਦੇ ਹੋ ਜੀ? ਹਾਂਜੀ, ਮੈਂ ਕੁਇਨਜ਼ਲੈਂਡ ਗਵਰਨਮੈਂਟ ਤੇ ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਮੇਨ ਰੋਡਸ। ਓਕੇ, ਬਹੁਤ ਹੀ ਵਧੀਆ। ਤੇ ਪੈਰੈਂਟਸ ਦਾ ਚੱਕਰ ਲੱਗ ਜਾਂਦਾ ਇੱਥੇ ਆਸਟ੍ਰੇਲੀਆ? ਹਾਂਜੀ, ਪੈਰੈਂਟਸ ਦਾ ਲੱਗ ਜਾਂਦਾ ਜੀ। ਸਾਡੇ ਪ੍ਰੀਤ ਦੀ ਮੰਮੀ 3-4 ਵਾਰੀ ਤਾਂ ਉਹ ਵਾਲੇ, ਹੁਣ ਕੋਵਿਡ ਖਤਮ ਹੋ ਗਿਆ ਤੇ 5ਵੀਂ ਵਾਰੀ ਫੇਰ ਤਿਆਰ ਨੇ। ਅੱਛਾ, ਤੁਸੀਂ ਇੰਡੀਆ ਜਾਏ ਹੋ? ਮੈਂ ਗਿਆ ਜੀ, ਮੈਨੂੰ 6-7 ਸਾਲ ਹੋ ਗਏ। ਤੇ ਇਹ ਜਾਏ ਸੀਗੇ 18 ਵਿੱਚ, 1.5-2 ਮਹੀਨੇ ਲਈ ਜਾਏ ਸੀਗੇ। ਮੈਂ ਉਦੋਂ ਗਿਆ ਨਹੀਂ, ਮੇਰਾ ਬਣਿਆ ਨਹੀਂ, ਮੈਂ ਫਿਰ ਗਿਆ ਨਹੀਂ। ਅਦਰਵਾਈਜ਼ ਅਸੀਂ ਕੋਸ਼ਿਸ਼ ਕਰੀਏ ਕਿ ਹਰ 2 ਸਾਲ ਬਾਅਦ ਜਾਈਏ। ਓਕੇ, ਘਰ-ਬਾਰ ਸਾਰਾ ਬਣ ਚੁੱਕਿਆ, ਸੈਟਲਮੈਂਟ ਹੋ ਚੁੱਕੀ ਹੈ ਤੁਹਾਡੀ ਆਸਟ੍ਰੇਲੀਆ ਦੇ ਵਿੱਚ? ਹਾਂਜੀ, ਅਸੀਂ ਕਿਉਂਕਿ ਕਾਫੀ ਪੁਰਾਣੇ ਆਏ ਹੋਏ ਤੁਸੀਂ, ਹਨਾ? ਹਾਂਜੀ, ਪਲਾਰਾ ਚ ਅਸੀਂ ਹੁਣੇ ਬਿਲਡ ਕੀਤਾ, 3 ਸਾਲ ਹੋ ਗਏ, ਮਤਲਬ 3 ਸਾਲ ਬਿਲਡ ਕੀਤਾ ਘਰ ਉੱਥੇ। ਅੱਛਾ ਜੀ। ਹੁਣ ਉੱਥੇ ਰਹਿ ਰਹੇ ਆ, ਫਿਰ ਅੱਗੇ ਦੇਖੋ ਜੋ ਪਰਮਾਤਮਾ ਨੂੰ ਮਨਜ਼ੂਰ। ਹਾਂਜੀ, ਇਹ ਤਾਂ ਹੈ। ਤੇ ਹੁਣ ਭਾਜੀ ਤੁਸੀਂ ਕੀ ਸੋਚਦੇ ਹੋ? ਮੈਂ ਤੁਹਾਡੀ ਇੱਕ ਗੱਲ ਹੋਰ, ਜਦੋਂ ਤੁਹਾਡੇ ਬਾਰੇ ਮੈਂ ਸਰਚ ਕਰ ਰਹੀ ਸੀ, ਉਹਦੇ ਵਿੱਚ ਤੁਹਾਡੇ ਕਿਤੇ ਨਾ ਕਿਤੇ ਸਿੰਗਿੰਗ ਦੀ ਗੱਲ ਮੈਂ ਸੁਣੀ ਆ, ਦੇਖਿਆ ਵੀ ਹੈਗਾ। ਤੁਸੀਂ ਸਿੰਗਰ ਦਾ ਜਿਹੜਾ ਕਿੱਦਾਂ ਤੁਹਾਨੂੰ ਰੁਝਾਨ ਪਿਆ, ਇੰਡੀਆ ਤੋਂ ਸਿੰਗਿੰਗ ਕਰਦੇ ਸੀ ਜਾਂ ਇੱਥੇ ਆ ਕੇ ਸਿੰਗਿੰਗ ਸ਼ੁਰੂ ਕੀਤੀ, ਇਹਦੇ ਬਾਰੇ ਜ਼ਰੂਰ ਦੱਸੋ। ਸਿੰਗਿੰਗ ਦਾ ਇਦਾਂ ਜੀ ਕਿ ਮੈਂ ਨਾ ਲਿਖਦਾ ਰਹਿਣਾ ਸ਼ੁਰੂ ਤੋਂ, ਝਰੀਟਾਂ ਦੀ ਕਾਪੀ ਤੇ ਮਾਰਨਾ, ਮਤਲਬ ਕਿ ਮੈਂ ਲਿਖਦਾ ਰਹਿੰਦਾ ਹੁੰਦਾ। ਤੇ ਜਦੋਂ ਮੈਂ ਇੱਕ ਗਾਣਾ ਰਿਕਾਰਡ ਕਰਾਇਆ ਸੀਗਾ 2014 ਚ, ਤੇਰੇ ਨੈਣ, ਉਹ ਮੈਂ ਲਿਖਤਾ ਦਿੱਤਾ। ਫਿਰ ਮੈਂ ਫੋਨ ਮਾਰਨੇ, ਯਾਰ ਮੇਰਾ ਗਾਣਾ ਲਿਖਿਆ ਸਿੰਗਰਾਂ ਨੂੰ, ਤੇ ਉਹਨਾਂ ਨੇ ਅੱਗੇ ਪਹਿਲੀ ਗੱਲ ਤਾਂ ਫੋਨ ਕੋਈ ਚੁੱਕਦਾ ਹੀ ਨਹੀਂ ਆ, ਤੇ ਉਹ ਤੂੰ ਨਵਾਂ ਸਿੰਗਰ ਟਰਾਈ ਕਰ, ਕੋਈ ਨਵਾਂ ਸਿੰਗਰ ਟਰਾਈ ਕਰ। ਫਿਰ ਮੈਂ ਕਿਹਾ ਯਾਰ ਹੁਣ ਮੈਂ ਲਿਖਿਆ ਵੀ ਐਡਾ ਵਧੀਆ ਆ, ਮੈਂ ਕਿਹਾ ਛੱਡ, ਹੁਣ ਇੰਡੀਆ ਜਾਣਾ ਤਾਂ ਹੈਗਾ, ਰਿਕਾਰਡਿੰਗ ਕਰੋ।
ਤੇ ਆਪ ਹੀ ਗਾਓ। ਕਿ ਫਿਰ ਮੈਂ ਆਪ ਹੀ ਗਾਓ, ਆਪ ਹੀ ਹੈਂ? ਰਿਕਾਰਡ ਕਰਤਾ ਜੀ ਸਾਰਾ। ਅੱਛਾ। ਹਾਂਜੀ, ਉਹ ਮੇਰਾ ਮਿੱਤਰ ਸੀਗਾ ਇੱਕ ਮੋਹਾਲੀ, ਉਹਨੇ 뮤직 ਕਰਤਾ ਓਕੇ। ਤੇ 뮤직 ਵੀਡੀਓ ਵੀ ਉਹਨੇ ਬਣਾਤੀ। ਹੁਣ ਉਹ ਕੈਨੇਡਾ ਅੱਜ ਕੱਲ੍ਹ ਬੰਦਾ, ਤੇ ਪਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਹਿਲੇ ਗਾਣੇ ਦਾ। ਇੱਕ Song ਲਿਖਿਆ ਇੱਕ ਹੀ ਲਿਖਿਆ ਸੀਗਾ ਜੀ। ਉਹ ਤੋਂ ਬਾਅਦ ਲਿਖਣੇ ਸ਼ੁਰੂ ਕੀਤੇ? ਲਿਖੇ ਬਹੁਤ ਪਏ ਨੇ ਜੀ ਮੇਰੇ ਕੋਲ, ਅੱਛਾ। ਪਰ ਫਿਲਮਾਏ ਨਹੀਂ? ਨਹੀਂ, ਮੈਂ ਗਾਏ ਵੀ ਨਹੀਂ, ਕਿਉਂਕਿ ਇਹਦੇ ਵਿੱਚ ਕਾਸਟ ਬੜੀ ਇਨਵੋਲਡ ਹੈ। ਤੁਸੀਂ $4-5,000 ਲਾ ਕੇ ਉਹਦੇ ਵਿੱਚ ਰਿਟਰਨ ਕੋਈ ਨਹੀਂ। ਤੁਸੀਂ ਗਾਣੇ ਗਾ ਤਾਂ ਦਿੰਦੇ ਹੋ, ਫਿਰ ਉਹਦੇ ਵਿੱਚ ਜਾਂ ਤੱਕ, ਕਿਉਂਕਿ ਚੱਕਰ ਕੀ ਹੈ ਕਿ ਇੱਕ ਗਾਣੇ ਵਿੱਚ ਸਿੰਗਰ, ਲਿਰਿਸਿਸਟ, 뮤직 ਡਾਇਰੈਕਟਰ, ਵੀਡੀਓ ਡਾਇਰੈਕਟਰ ਤੇ ਕੰਪਨੀ, ਤੇ ਜਿਹੜਾ ਲਿਰਿਸਿਸਟ ਆ ਵਿਚਾਰਾ ਪਿੱਛੇ ਰਹਿ ਜਾਂਦਾ। ਤੇ ਹਰ ਇੱਕ ਦਾ ਇੱਕ ਬਿਜ਼ਨਸ ਆ। ਹੁਣ ਮੇਰੇ ਕੋਲ ਗਾਣੇ ਲਿਖੇ ਪਏ ਨੇ, ਜੇ ਕੋਈ ਕਿਸੇ ਬੰਦੇ ਨੇ ਮੇਰੇ ਤੋਂ ਗਾਣੇ ਲੈਣੇ ਆ ਤਾਂ ਲੈ ਸਕਦਾ। ਐ ਨਹੀਂ ਜਿਵੇਂ ਯਾਰ ਦੋਸਤ ਆ ਕੋਈ ਤਾਂ ਕਰੇ ਯਾਰ ਤੇਰੇ ਕੋਲ ਗਾਣੇ ਲਿਖੇ ਪਏ ਆ ਵੀ ਸਾਨੂੰ ਗਾਣਾ ਦੇ, ਤੇ ਠੀਕ ਹੈ ਦੇ ਦਾਂਗੇ। ਪਰ ਜੇ ਕੋਈ ਬੰਦਾ ਕਹੇ ਯਾਰ ਤੇਰੇ ਕੋਲ ਗਾਣੇ ਲਿਖੇ ਪਏ ਕੋਈ ਦੇ, ਠੀਕ ਹੈ ਯਾਰ ਬਿਜ਼ਨਸ ਨੂੰ ਪੈਸੇ ਦੇ, ਗਾਣਾ ਲੈ ਜਾ, ਠੀਕ ਹੈ ਜੀ। ਕਿਉਂਕਿ ਸਿੰਗਰ ਨੇ ਵੀ ਪੈਸੇ ਕਮਾਉਣੇ ਆ, 뮤직 ਵਾਲੇ ਨੇ ਵੀ, ਵੀਡੀਓ ਵਾਲੇ ਨੇ ਵੀ, ਇਟਸ ਅ ਬਿਜ਼ਨਸ। ਤੇ ਤੁਸੀਂ ਫੇਵਰ ਤਾਂ ਹਰ ਜਗ੍ਹਾ ਕਰ ਨਹੀਂ ਸਕਦੇ। ਉਦੋਂ ਮੇਰੇ ਕੋਲ ਲਿਖੇ ਪਏ ਨੇ ਗਾਣੇ, ਮੈਂ ਲਿਖਦਾ ਵੀ ਰਹਿਣਾ ਤੇ ਲਿਖੇ ਵੀ ਪਏ ਨੇ ਜੀ। ਓਕੇ। ਹਾਂਜੀ। ਤੁਸੀਂ ਮਤਲਬ ਕਿ ਤੁਹਾਨੂੰ ਇੰਨੀ ਮੋਟੀਵੇਸ਼ਨ ਮਿਲੀ ਕਿ ਗਾਣੇ ਲਿਖਦੇ ਲਿਖਦੇ, ਕਈ ਸਿੰਗਰ ਹੈਗੇ ਨੇ ਜਿਹੜੇ ਰਾਈਟਰ ਹੈਗੇ ਨੇ, ਰਾਈਟਰਸ ਤੋਂ ਬਾਅਦ ਸਿੰਗਰ ਬਣੇ ਨੇ ਹਨਾ, ਜਿਹੜੇ ਲਿਖਦੇ ਲਿਖਦੇ ਗਾਣੇ ਗਾਉਣ ਵੀ ਲੱਗ ਗਏ। ਸੋ ਤੁਸੀਂ ਬੜਾ ਵਧੀਆ ਇਨੀਸ਼ੀਏਟਿਵ ਲਿਆ ਕਿ ਜੇਕਰ ਨਹੀਂ ਗਾਉਂਦਾ ਕੋਈ, ਚੱਲ ਮੈਂ ਹੀ ਗਾ ਕੇ ਦੇਖ ਲਵਾਂ। ਕੀ ਨਾਂ ਸੀ ਗਾਣੇ ਦਾ? ਤੇਰੇ ਨੈਣ। ਕਿਹੜੇ ਸਨ ਦੇ ਵਿੱਚ ਰਿਲੀਜ਼ ਕੀਤਾ ਸੀ? 2014 ਚ ਸੀ। 15 ਚ। ਹਾਂਜੀ, ਮੇਰੀ ਸਾਲੀ ਦਾ ਵਿਆਹ ਸੀਗਾ ਜੀ, ਉਦੋਂ ਅਸੀਂ ਇੰਡੀਆ ਗਏ ਸੀਗੇ। ਓਕੇ। ਤੇ ਫਿਰ ਉੱਥੇ ਸ਼ੂਟ ਕਰ ਲਿਆ ਸੀਗਾ। ਓਕੇ। ਹਾਂਜੀ, ਠੀਕ ਹੈ। ਤੇਰੇ ਨੈਣ। ਹਾਂਜੀ, ਤੇਰੇ ਨੈਣ ਜੀ। ਤੇ ਇਹ ਫਿਰ ਰਿਲੀਜ਼ ਕੀਤਾ ਸੀ ਟੀਵੀ ਚੈਨਲ ਨਹੀਂ, YouTube ਤੇ ਸਾਰਾ ਆ ਗਿਆ ਸੀਗਾ ਜੀ। YouTube ਹਾਂਜੀ, ਚੈਨਲ ਸਾਰਾ ਰਿਲੀਜ਼ ਹੋ ਗਿਆ। ਓਕੇ। ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਓਗੇ ਦੁਬਾਰਾ ਇਹ Song? ਹਾਂਜੀ, ਸੁਣਾ ਦਿੰਦੇ ਜੀ। ਉਹ ਏਦਾਂ ਸੀਗਾ ਕਿ ਅਥਰੀ ਜਵਾਨੀ, ਹਾਂ, ਅਥਰੀ ਜਵਾਨੀ ਜਾਂਦੀ ਡੁੱਲ ਡੁੱਲ ਨੀ, ਚੱਕੂ ਤੇਰੇ ਨਖਰੇ ਦਾ ਕੌਣ ਮੁੱਲ ਨੀ। ਅਥਰੀ ਜਵਾਨੀ ਜਾਂਦੀ ਡੁੱਲ ਡੁੱਲ ਨੀ, ਚੱਕੂ ਤੇਰੇ ਨਖਰੇ ਦਾ ਕੌਣ ਮੁੱਲ ਨੀ। ਸਾਡਾ ਲੁੱਟ ਪੁੱਟ ਲੈਂਦੇ ਸੁੱਖ ਚੈਨ, ਹਾਏ ਨੀ ਤੇਰੇ ਨੈਣ, ਹਾਏ ਨੀ ਤੇਰੇ ਨੈਣ, ਬਿਨ ਬੋਲਿਆ ਬੜਾ ਹੀ ਕੁਝ ਕਹਿਣ, ਹਾਏ ਨੀ ਤੇਰੇ ਨੈਣ, ਹਾਏ ਨੀ ਤੇਰੇ ਨੈਣ। ਤੂੰ ਕੀ ਜਾਣੇ ਕਿੰਨਾ ਤੈਨੂੰ ਅਸੀਂ ਚਾਹੁੰਦੇ ਨੀ, ਵਾਲਪੇਪਰ ਵੀ ਤੇਰੀ ਫੋਟੋ ਲਾਉਂਦੇ ਨੀ। ਜਦ ਪਾਉਣੀ ਏ ਤੂੰ ਸੁਰ ਮਸਲਾਈਆਂ ਨੂੰ, ਸਾਡਾ ਕੱਢ ਕੇ ਇਹ ਕਾਲਜਾਂ ਲਿਆਉਂਦੇ ਨੀ। ਦਿਲ ਸਾਡਾ ਵੀ ਰਿਹਾ ਨਾ ਸਾਡੇ ਕਹਿਣ, ਹਾਏ ਨੀ ਤੇਰੇ ਨੈਣ, ਹਾਏ ਨੀ ਤੇਰੇ ਨੈਣ। ਕੀ ਬਾਤ ਹੈ, ਤੁਕਬੰਦੀ ਬੜੀ ਵਧੀਆ ਕੀਤੀ ਹੋਈ ਹੈ। ਭਾਬੀ ਜੀ ਨੂੰ ਦੇਖ ਕੇ ਲਿਖਿਆ ਸੀਗਾ ਇਹ? ਬਸ ਹਾਂਜੀ, ਇਹਨਾਂ ਦਾ ਨਾਮ ਹੀ ਪਾਇਆ ਸੀ ਐਂਡ ਚ ਗਾਣੇ ਦੇ ਨਾਲ, ਪੈਸੇ ਹੱਥਾਂ ਹੀ ਦਿੱਤੇ ਮੈਨੂੰ। ਓ ਦੇਖੋ, ਜਦੋਂ ਘਰ ਦੇ ਹੀ ਬੰਦੇ ਨੇ ਹੈ ਬਿਲਕੁਲ ਜੀ, ਨਹੀਂ ਕੀਤੀ ਕਦਰ, ਫਿਰ ਬਾਹਰ ਦੇ ਨੇ ਕੀ ਕਰਨੀ ਸੀ? ਮੈਂ ਸਪੋਰਟ ਕੀਤਾ ਨਾ। ਅੱਛਾ, ਸਪੋਰਟ ਕੀਤਾ ਸੀਗਾ। ਓਕੇ। ਉਦੋਂ ਮੈਂ ਫਨੀ ਗਾਣੇ ਬਹੁਤ ਲਿਖਦਾ ਰਹਿੰਦਾ ਜੀ। ਕਈ ਵਾਰੀ ਨਾ ਮੈਂ ਤੁਹਾਨੂੰ ਇੱਕ ਐਕਸਪੀਰੀਅੰਸ ਸ਼ੇਅਰ ਕਰਦਾ ਕਿ ਜਦੋਂ ਮੈਂ ਨਵਾਂ ਆਇਆ ਨਾ ਜੀ, ਇੱਥੇ ਫੋਮਕੋ ਇੱਕ ਮੈਟਰਸ ਕੰਪਨੀ ਹੁੰਦੀ ਸੀਗੀ, ਉੱਥੇ ਅਸੀਂ ਕੰਮ ਕਰਦੇ ਸੀਗੇ 2-3 ਜਾਣੇ। ਤੇ ਅਸੀਂ ਮਸ਼ੀਨ ਚਲਾਉਣੀ, ਫੋਕ ਲਿਫਟਾਂ, ਸਾਰਾ ਕੁਛ ਅਸੀਂ ਕਰੀ ਜਾਣਾ। ਤੇ ਉੱਥੇ ਨਾ ਇੱਕ ਸ਼੍ਰੀਨਗਰ ਬੰਦਾ ਸੀਗਾ, ਉਹਦਾ ਨਾਮ ਸੀਗਾ ਸੂ ਕੁਮਾਰ, SUKUMAR, ਮਤਲਬ ਸੂ ਕੁਮਾਰ। ਓਕੇ। ਉਹਦਾ ਪਤੰਦਰ ਦਾ ਕੀ ਕੰਮ ਸੀਗਾ, ਉਹਨੇ 6 ਵਜੇ ਤੋਂ ਲੈ ਕੇ 2:30 ਵਜੇ ਤੱਕ ਭੱਜੀ ਜਾਣਾ ਇੱਧਰ ਤੋਂ ਉੱਧਰ। ਉਹਨੂੰ ਮੈਂ ਸਮਝਾਣਾ, ਮਿੱਤਰਾ ਕਿਤੇ ਨਹੀਂ ਅੱਗ ਲੱਗੀ, ਆਰਾਮ ਨਾਲ ਕੰਮ ਕਰ ਲੈ, ਕੁਛ ਨਹੀਂ ਹੋਣ ਲੱਗਿਆ। ਤੇ ਮੈਂ ਨਾ ਉਹਨੂੰ ਨੋਟਿਸ ਕਰੀ ਜਾਣਾ। ਫਿਰ ਨਾ ਮੈਂ 2 ਲਾਈਨਾਂ ਲਿਖੀਆਂ ਉੱਤੇ। ਮੈਂ ਕੀ ਲਿਖਿਆ ਉੱਤੇ? ਮੈਂ ਕਿਹਾ, ਸੁਕੁਮਾਰ ਜੀ, ਸੁਕੁਮਾਰ ਜੀ, ਕੰਮ ਬੜਾ ਕਰਦੇ ਨੇ ਸੁਕੁਮਾਰ ਜੀ। 4:30 ਨਿੱਤ ਇਹ ਸਵੇਰੇ ਉੱਠਦੇ, 6 ਵਜੇ ਫਿਰ ਕੰਪਨੀ ਨੂੰ ਪੁੱਜਦੇ। ਆਉਂਦੇ ਬੱਸ ਉੱਤੇ ਹੋ, ਆਉਂਦੇ ਬੱਸ ਉੱਤੇ ਕੋਲ ਹੈ ਨੀ ਕਾਰ ਜੀ। ਸੁਕੁਮਾਰ ਜੀ, ਸੁਕੁਮਾਰ ਜੀ, ਕੰਮ ਬਹੁਤ ਕਰਦੇ ਨੇ ਸੁਕੁਮਾਰ ਜੀ। ਕੰਪਨੀ ਦੀ ਸੇਲ ਇਹ ਵਧਾਈ ਜਾਂਦੇ ਨੇ, ਚੱਕ ਚੱਕ ਗੱਦੇ ਇਹ ਬਣਾਈ ਜਾਂਦੇ ਨੇ। ਕਦੇ ਠੋਕ ਦਿੰਦੇ ਥੱਲੇ, ਕਦੇ ਉੱਤੇ ਜੀ। ਫੋਕ ਲਿਫਟ ਦਾ ਜਹਾਜ਼ ਇਹ ਬਣਾਈ ਜਾਂਦੇ ਨੇ। ਕੰਪਨੀ ਦੀ ਦਿੱਤੀ ਅਹੀ ਤਹੀ ਮਾਰ ਜੀ। ਸੁਕੁਮਾਰ ਜੀ, ਸੁਕੁਮਾਰ ਜੀ, ਕੰਮ ਬਹੁਤ ਕਰਦੇ ਨੇ ਸੁਕੁਮਾਰ ਜੀ। ਨਹੀਂ, ਤੁਸੀਂ ਬਹੁਤ ਸੋਹਣਾ ਲਿਖਦੇ ਹੋ। ਤੁਕਬੰਦੀ ਨਾ ਬਿਲਕੁਲ ਟੁਕਦੀ ਹੈ। ਜਦੋਂ ਤੁਸੀਂ ਵਾਚ ਕਰਦੇ ਹੋ ਨਾ, ਤੁਸੀਂ ਕੋਈ ਨਾ ਕੋਈ ਦਿਮਾਗ ਚ ਕਰਦਾ ਰਹਿੰਦਾ ਤੁਹਾਡੇ। ਇਹ ਤੇ ਹੈ ਜੀ, ਬਹੁਤ ਤੇ ਇਹਨਾਂ ਨੇ ਇੱਕ ਹੋਰ ਲਿਖਿਆ ਸੀਗਾ, ਇਹਨਾਂ ਦੇ ਲਾਂਡਰੀ ਕਰਨ ਕੋਈ 2 ਗੋਰੀਆਂ ਆਉਂਦੀਆਂ ਸੀ ਉਸ ਟਾਈਮ ਤੇ, ਸਾਰੇ ਗਾਣੇ ਹੋਣੇ ਤੇ ਇਹਨਾਂ ਨੇ ਉਹਦੇ ਤੇ ਵੀ ਮਤਲਬ ਕਿ ਬੜਾ ਫਨੀ ਲਿਖਿਆ ਸੀਗਾ। ਉਹ ਵੀ ਸੁਣ ਕੇ ਉਹ ਕੁਛ ਨਹੀਂ, ਜ਼ਿਆਦਾ ਨਹੀਂ ਇੰਨਾ ਸੀਗਾ ਜੀ। ਉਹਨਾਂ ਨਾਲ ਲਾਂਡਰੀ ਸੀਗੀ ਤੇ ਉਹ ਕੀ ਸੀਗਾ ਕਿ ਉਹ ਐਵੇਂ ਹੀ ਬਸ ਲਿਖਤੀਆਂ 2 ਲਾਈਨਾਂ ਕਿ ਕਰਦੀ ਨਾਲ ਸਾਡੇ ਕੰਮ ਇੱਕ ਗੋਰੀ ਜੀ, ਲੱਕ ਉਹਦਾ ਜਿਵੇਂ ਗੰਨੇ ਦੀ ਆ ਪੋਰੀ ਜੀ। ਖੌਰੇ ਕਿਹੜਾ ਉਹਦਾ ਸ਼ਹਿਰ ਕਿਹੜਾ ਪਿੰਡਾ, ਖੌਰੇ ਕਿਹੜਾ ਉਹਦਾ ਸ਼ਹਿਰ ਕਿਹੜਾ ਪਿੰਡਾ। ਉਹਦਾ ਨਾਮ ਹੈ ਬੈਲਿੰਡਾ, ਉਹਦਾ ਨਾਮ ਹੈ ਬੈਲਿੰਡਾ, ਉਹਦਾ ਨਾਮ ਹੈ ਬੈਲਿੰਡਾ ਹੋ। ਇੱਕ ਹੋਰ ਵੀ ਸੀ ਗੋਰੀ ਕੰਮ ਕਰਦੀ,
ਉਹ ਵੀ ਉਹਦੇ ਵਾਂਗੂ ਧੋਂਦੀ ਰਹਿੰਦੀ ਵਰਦੀ, ਖੌਰੇ ਸੋਹਣੀਆ ਜਾਂ ਹੀਰ ਸਲੇਟੀਆ, ਉਹਦਾ ਨਾਮ ਤਾਂ ਕੇਟੀਆ, ਉਹਦਾ ਨਾਮ ਤਾਂ ਕੇਟੀਆ, ਤੁਸੀਂ ਉਹਦਾ ਨਾਮ ਤਾਂ ਉਹਨਾਂ ਨੂੰ ਕੇਟੀਆ। ਟ੍ਰਾਂਸਲੇਸ਼ਨ ਕਰਕੇ ਦੱਸੀ ਤੁਸੀਂ ਉਹਨਾਂ ਨੂੰ ਕਿ ਮੈਂ ਤੁਹਾਡੇ ਉੱਤੇ ਗਾਣੇ ਲਿਖੇ? ਮੈਂ ਨੌਕਰੀ ਨਿਕਲ ਨਹੀਂ ਨਹੀਂ, ਉਹਨਾਂ ਨੇ ਖੁਸ਼ੀ ਬਹੁਤ ਹੋਣੀ, ਤੁਸੀਂ ਤਾਂ ਤਾਰੀਫ ਕੀਤੀ ਹੈ ਨਾ ਹਾਂਜੀ, ਉਹਨਾਂ ਦੀ। ਬਿਲਕੁਲ, ਬਿਲਕੁਲ। ਤੁਸੀਂ ਦੇਖੋ ਆਪਣੀ ਕਲਚਰ ਦੇ ਨਾਲ ਜੋੜਦਾ, ਗੰਨੇ ਦੀ ਪੋੜੀ ਦੇ ਨਾਲ ਜੋੜਦਾ। ਬਸ ਜਦੋਂ ਤੁਸੀਂ ਵਾਚ ਕਰਦੇ ਹੋ ਕੁਝ ਨਾ ਕੁਝ ਲਾਈਨਾਂ ਜਾਂ ਕੁਝ ਕਵਿਤਾ ਕੁਝ ਨਾ ਤੁਹਾਡੇ ਦਿਮਾਗ 'ਚ ਚੱਲਦਾ ਰਹਿੰਦਾ ਜੀ ਜੀ। ਇਹ ਤਾਂ ਹੁਣ ਕੁਝ ਰਿਆਜ਼ ਕਰਦੇ ਹੋ ਸਿੰਗਿੰਗ ਲਈ? ਸੋਚਿਆ ਕੁਝ ਇਨ ਫਿਊਚਰ ਕਿ ਮੈਂ ਕੁਝ ਕਰਾਂ? ਹਾਂਜੀ, ਮੈਂ ਇੰਡੀਆ ਤੋਂ ਗਿਆ ਸੀਗਾ ਜਦੋਂ 2015 'ਚ ਮੈਂ ਹਾਰਮੋਨੀਅਮ ਲੈ ਕੇ ਆਇਆ ਜੀ। ਸਾਡੀ ਬੜੀ ਲੜਾਈ ਹੋਈ ਵੀ 10 ਕਿਲੋ ਦਾ ਹਾਰਮੋਨੀਅਮ ਸਾਲਾ, ਮੇਰੇ ਕੱਪੜੇ ਨਹੀਂ ਆਏ। ਸੂਟਕੇਸ 'ਚ ਸਾਰਾ ਹਾਰਮੋਨੀਅਮ ਹੀ ਹਾਰਮੋਨੀਅਮ ਭਰ ਲਿਆ। ਹਾਂਜੀ, ਉਹ ਫਿਰ ਕਮਰੇ 'ਚ ਰੱਖਿਆ। ਜਦੋਂ ਫਿਰ ਕਿਤੇ ਕੋਈ ਕੰਮ ਨਹੀਂ ਹੁੰਦਾ ਫਿਰ ਉਹ ਆਪ ਹੀ ਵਜਾ ਵਜੂ ਲਈਦਾ। ਵਜਾਉਣਾ ਨਹੀਂ ਆਉਂਦਾ ਪਰ ਹੁਣ ਥੋੜਾ ਬਹੁਤਾ ਉਂਗਲਾ ਪਤਾ ਲੱਗਿਆ ਵੀ ਕਿੱਥੇ ਜਾਂਦੇ, ਕਿੱਥੇ ਸਾਹ ਸ਼ੁਰੂ ਹੁੰਦਾ, ਕਿੱਥੇ ਕੀ ਸ਼ੁਰੂ ਹੁੰਦਾ। ਹਾਂਜੀ, ਬਸ ਇੱਕ ਸ਼ੌਂਕ ਹੈ ਜੀ। ਫਿਰ YouTube ਤੇ ਸਿੱਖਦੇ ਹੋ ਸਾਰੇ ਗਾਵਾਂ ਕਿ ਕੋਈ ਰੱਖਿਆ ਜਿੱਦਾਂ? ਨਹੀਂ, ਸਿੱਖਦਾ ਨਹੀਂ ਮੈਂ ਸਾਰੇ ਗਾਵਾਂ ਨਹੀਂ। ਉਦਾਂ ਵੈਸੇ ਕਿਸੇ ਗਾਣੇ ਨੂੰ ਕੋਈ ਹਰਭਜਨ ਮਾਨ ਦਾ ਗਾਣਾ ਲਾ ਲਿਆ, ਕੋਈ ਬਿਦਰਖੀ ਦਾ ਲਾ ਲਿਆ, ਉਹਦੇ ਤੇ ਹਾਰਮੋਨੀਅਮ ਵਜਾਈ ਗਏ ਤੇ ਉਹ ਬਸ ਮੇਰਾ ਇੰਨਾ ਸ਼ੌਂਕ ਹੈ। ਤੇ ਤੁਸੀਂ ਲਾਈਕ ਕਰਦੇ ਹੋ ਭੱਜ ਦੀ ਸਿੰਗਿੰਗ ਨੂੰ ਜਦੋਂ ਇਹ ਰਿਆਜ਼ ਵਗੈਰਾ ਕਰਦੇ ਨੇ ਜਾਂ? ਠੀਕ ਹੈ, ਮੈਂ ਕਰਦੀ ਹਾਂ ਲਾਈਕ, ਪਰ ਇੱਕ ਗੱਲ ਸੋਚੀ ਹੈ ਕਿ ਅਗਲੇ ਘਰ 'ਚ ਇੱਕ ਸਾਊਂਡ ਪ੍ਰੂਫ ਰੂਮ ਜ਼ਰੂਰ ਬਣਾਉਣਾ। ਇਹਨਾਂ ਨੂੰ ਮੈਂ ਹਮੇਸ਼ਾ ਕਹਿੰਦੀ ਹਾਂ, ਮੈਂ ਕਿਹਾ ਵੀ ਕਿਉਂਕਿ ਕਈ ਵਾਰੀ ਹੁੰਦਾ ਵੀ ਮੈਂ ਮੇਰੇ ਕੋਲ ਸਿਰਫ ਸੈਟਰਡੇ ਸੰਡੇ ਹੁੰਦੇ ਆ, ਮੰਡੇ ਟੂ ਫਰਾਈਡੇ ਕੰਮ ਤੇ ਹੁੰਦੀ ਆ, ਤੇ ਉਹ ਦਿਨ ਫਿਰ ਕਹਿਣਗੇ ਸੁਣੋ, ਰਾਤ ਨੂੰ ਸੁਣੋ। ਮੈਂ ਕਹਿੰਦਾ ਨਹੀਂ ਹੁਣ ਬਸ ਤੋਂ ਬਾਹਰ। ਪਰ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਵੀ ਘਰ ਦੀ ਮੁਰਗੀ ਦਾਲ ਬਰਾਬਰ। ਬਾਕੀ ਸਾਰੇ ਜਦੋਂ ਸਾਡੇ ਘਰੇ ਫਰੈਂਡਸ ਆਉਂਦੇ ਆ ਹਮੇਸ਼ਾ ਸਪੈਸ਼ਲੀ ਬਿਠਾ ਕੇ ਸੁਣਦੇ ਆ। ਤੇ ਮਹਿਫਲਾਂ ਲੱਗਦੀ ਹੈ ਇਸ ਤਰੀਕੇ ਨਾਲ ਹਨਾ, ਜਿਹੜਾ ਇੱਕ ਵਿੱਚੋਂ ਟੈਲੈਂਟਡ ਬੰਦਾ ਹੁੰਦਾ ਉਹ ਵੀ ਫਿਰ ਪੂਰੀ ਮਹਿਫਲ ਦੀ ਰੌਣਕ ਬਣ ਕੇ ਰਹਿੰਦਾ। ਤੇ ਫਿਰ ਤੁਸੀਂ ਇਨ ਫਿਊਚਰ, ਮੈਂ ਤੁਹਾਨੂੰ ਹੁਣੇ ਪੁੱਛ ਕੇ ਹਟੀ ਹਾਂ ਕਿ ਕੁਝ ਕਰੋਗੇ ਸਿੰਗਿੰਗ ਦਾ, ਕੁਝ ਕੀਤੇ ਆ ਇਨਲਾਈਨ Song? ਮੇਰਾ ਨਾ ਜੀ ਹੁਣ ਸਿੰਗਿੰਗ ਵੱਲ ਨਾ ਥੋੜਾ ਜਿਹਾ ਰੁਝਾਨ ਘਟ ਗਿਆ ਕਿਉਂਕਿ ਕੀ ਚੱਕਰ ਹੈ ਨਾ, ਸਿੰਗਰ ਬਹੁਤ ਹੀ ਜ਼ਿਆਦਾ ਹੋ ਗਏ। ਹਾਂਜੀ, ਲੋਕ ਨਾ ਹੁਣ ਅੱਕ ਚੁੱਕੇ ਆ ਪੰਜਾਬੀ ਸਿੰਗਰ, ਮਤਲਬ ਕਿ ਆ ਵੀ ਰਹੇ ਆ ਜਾ ਵੀ ਰਹੇ ਆ। ਲੋਕੀ ਜਦੋਂ ਕਹਿੰਦੇ ਯਾਰ ਬਸ ਕਰੋ ਪੰਜਾਬੀ ਗਾਣੇ, ਬਸ ਕਰੋ ਗਾਣੇ ਹੀ ਗਾਣੇ। ਮੈਂ ਹੁਣ ਕੀ ਕਰਦਾ ਨਾ ਜੀ, ਮੈਂ ਨਵਾਂ ਕੰਮ ਸ਼ੁਰੂ ਕੀਤਾ। ਮੈਂ ਹੁਣ ਫਨੀ ਵੀਡੀਓਜ਼ ਬਣਾਉਣਾ ਹੁੰਦਾ, ਕੋਈ ਕਾਮੇਡੀ ਨਾਲ ਰਿਲੇਟਡ। ਐਟਲੀਸਟ ਕਾਮੇਡੀ ਦਾ ਕੀ ਚੱਕਰ ਹੈ ਵੀ ਲੋਕੀ ਇੰਨੇ ਕੁ ਭਰੇ ਬੀਤੇ ਪਏ ਨੇ ਨਾ ਡਿਪਰੈਸ਼ਨ ਵਿੱਚ, ਸਟ੍ਰੈਸ ਵਿੱਚ, ਤੇ ਮੈਂ ਸੋਚਦਾ ਵੀ ਆਪ ਵੀ ਹੱਸੋ, ਲੋਕਾਂ ਨੂੰ ਵੀ ਹਸਾਓ। ਕਿਉਂਕਿ ਅੱਜ ਦੀ ਸਭ ਤੋਂ ਵੱਡੀ ਪ੍ਰੋਬਲਮ ਜੇ ਤੁਹਾਨੂੰ ਮੈਂ ਦੱਸਾਂ ਨਾ ਕੀ ਹੈ, ਅੱਜ ਦੇ ਟਾਈਮ ਵਿੱਚ ਸਾਨੂੰ ਖੁਸ਼ੀ ਵਿੱਚ ਖੁੱਲ ਕੇ ਹੱਸਣਾ ਨਹੀਂ ਆਉਂਦਾ ਤੇ ਸਾਨੂੰ ਦੁੱਖ ਵਿੱਚ ਖੁੱਲ ਕੇ ਰੋਣਾ ਨਹੀਂ ਆਉਂਦਾ। ਉਹਦੇ ਨਾਲ ਤੁਹਾਡਾ ਡਿਪਰੈਸ਼ਨ, ਸਟ੍ਰੈਸ ਉੱਪਰ ਜਾਣਾ ਹੀ ਜਾਣਾ। ਪਹਿਲਾਂ ਟਾਈਮ ਹੋਰ ਹੁੰਦਾ ਸੀਗਾ, ਹੁਣ ਟਾਈਮ ਬਹੁਤ ਬਦਲ ਗਿਆ ਜੀ। ਇਸ ਕਰਕੇ ਮੈਂ ਹਮੇਸ਼ਾ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਹੀ ਕਹਿੰਦਾ ਵੀ ਜੇ ਹੱਸਣਾ ਤਾਂ ਖੁੱਲ ਕੇ ਹੱਸਿਆ ਕਰੋ, ਜੇ ਦੁੱਖ ਆ ਤੇ ਉਹਨੂੰ ਰੋ ਲਿਆ ਕਰੋ, ਵੀ ਉਹਨੂੰ ਦਿਲ 'ਚ ਰੱਖੀ ਜਾਓ ਯਾਰ ਵੀ ਤੁਸੀਂ ਖੜੇ ਹੋ ਕਿਤੇ ਤਾਂ ਸੋਚੀ ਗਏ। That doesn't work. ਕਈ ਲੋਕ ਹੁੰਦੇ ਨੇ ਇੰਟਰੋਵਰਟ ਹੁੰਦੇ ਨੇ, ਲੋਕਾਂ ਨਾਲ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਚਾਹੁੰਦੇ ਹਨ। ਕਈ ਲੋਕ ਇਹ ਹੁੰਦਾ ਕਿ ਯਾਰ ਜੇ ਮੇਰਾ ਦੁੱਖ ਦੱਸਦਾ ਅਗਲਾ ਹੱਸੇਗਾ ਜਾਂ ਮੇਰੇ ਦੁੱਖ ਦਾ ਉਹ ਸਵਾਦ ਲਊਗਾ। ਦੁਨੀਆ ਹੈ ਵੀ ਏਦਾਂ ਦੀ ਹੈ ਨਾ, ਕਿਉਂਕਿ ਪਤਾ ਨਹੀਂ ਇੰਡੀਆ ਦੇ ਵਿੱਚ ਇਦਾਂ ਦਾ ਹੁੰਦਾ ਸੀ ਜਾਂ ਨਹੀਂ ਹੁੰਦਾ, ਕਿਉਂਕਿ ਛੋਟੇ ਹੁੰਦੇ ਸੀ। ਇੱਥੇ ਲੋਕ ਅਜਿਹੇ ਜੇ ਕਿਸੇ ਨੂੰ ਦੁੱਖ ਦੱਸੋਗੇ ਤੁਹਾਡਾ ਹਾਸਾ ਬਣਦਾ ਉਸ ਚੀਜ਼ ਦਾ। ਵੈਸੇ ਵੀ ਇੱਥੇ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈ ਵੀ ਤੁਸੀਂ ਕਿਸੇ ਨਾਲ ਆਪਣਾ ਦੁੱਖ ਵੰਡਾ ਵੀ ਲੈਂਦੇ ਹੋ, ਆਪਣਾ ਦਿਲ ਹਲਕਾ ਕਰ ਵੀ ਲੈਂਦੇ ਹੋ, ਪਰ ਲਾਈਕ ਕੁਝ ਟਾਈਮ ਤੋਂ ਬਾਅਦ ਤੁਹਾਨੂੰ ਨਾ ਮਤਲਬ ਕਿ ਉਹੀ ਗੱਲ ਕਿਸੇ ਤੀਜੇ ਬੰਦੇ ਤੋਂ ਸੁਣਨ ਨੂੰ ਮਿਲ ਜਾਂਦੀ ਹੈ। ਫਿਰ ਤੁਸੀਂ ਸੋਚਦੇ ਹੋ ਵੀ ਮੈਂ ਤਾਂ ਉਹਦੇ ਨਾਲ ਇਹ ਗੱਲ ਕੀਤੀ ਸੀਗੀ, ਵੀ ਤੁਹਾਡੀ ਗੱਲ ਅੱਗੇ ਚਲੀ ਜਾਂਦੀ ਹੈ। ਇੱਥੇ ਇਦਾਂ ਦੇ ਲੋਕ ਹੈ ਵੀ ਤੁਹਾਡਾ ਏਦਾਂ ਤੁਸੀਂ ਕਿਸੇ ਨੂੰ ਸੋਚ ਨਹੀਂ ਸਕਦੇ ਵੀ ਮੈਂ ਇਹਦੇ ਨਾਲ ਹਰ ਗੱਲ ਕਰ ਲਵਾਂ, ਕਿਉਂਕਿ ਤੁਹਾਡੀ ਗੱਲ ਅੱਗੇ ਪਹੁੰਚ ਜਾਣੀ, ਅੱਗੇ ਤੋਂ ਅੱਗੇ। ਸੋ ਪਰਿਵਾਰ ਇੱਕ ਅਜਿਹੀ ਮਜ਼ਬੂਤ ਕੜੀ ਹੈ ਜੀ ਕਿ ਜੇਕਰ ਯੂਨਾਈਟਿਡ ਆ ਪਰਿਵਾਰ ਪੂਰਾ ਹਨਾ, ਇੱਕ ਔਰਤ ਆਦਮੀ ਦੀ ਜਿਹੜੀ ਜੋੜੀ ਹੁੰਦੀ ਆਪਸ ਵਿੱਚ ਇੱਕ ਦੂਜੇ ਨੂੰ ਸਮਝਦੇ ਆ, ਸ਼ਾਇਦ ਮੇਰੇ ਖਿਆਲ ਦੇ ਵਿੱਚ ਜਿਹੜੀ ਦੋਸਤੀ ਪਤੀ ਪਤਨੀ ਦੀ ਹੁੰਦੀ ਹੈ ਨਾ, ਉਹ ਤੋਂ ਵੱਡੀ ਦੋਸਤੀ ਕੋਈ ਨਹੀਂ। ਮੇਰੇ ਹਿਸਾਬ ਨਾਲ ਜਿਹੜਾ ਤੁਹਾਡਾ ਰਿਲੇਸ਼ਨ ਹੈ ਹਸਬੈਂਡ ਵਾਈਫ ਦਾ, ਉਹ ਇੱਕ ਦੋਸਤ ਦੇ ਵਾਂਗੂ ਹੀ ਹੋਣਾ ਚਾਹੀਦਾ ਹੈ। ਜੇ ਤੁਸੀਂ ਐਜ਼ ਅ ਹਸਬੈਂਡ ਵਾਈਫ ਚੱਲੋਗੇ ਨਾ ਤਾਂ ਵਾਈਫ ਵੀ ਹਸਬੈਂਡ ਤੋਂ ਕੁਝ ਗੱਲਾਂ ਲੁਕਾਊਗੀ ਤੇ ਹਸਬੈਂਡ ਵੀ ਵਾਈਫ ਤੋਂ। ਪਰ ਜੇ ਤੁਸੀਂ ਫਰੈਂਕਲੀ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰੋਗੇ, ਚਾਹੇ ਚੰਗੀ ਹੈ ਚਾਹੇ ਮਾੜੀ ਹੈ, ਸ਼ਾਇਦ ਜਿਸ ਟਾਈਮ ਤੁਸੀਂ ਦੱਸੋ ਉਸ ਟਾਈਮ ਬਹੁਤ ਮਾੜੀ ਲੱਗੇ ਬੰਦੇ ਨੂੰ, ਸੁਣਨ ਵਾਲੇ ਬੰਦੇ ਨੂੰ ਗੱਲ, ਪਰ ਫਿਊਚਰ 'ਚ ਤੁਹਾਨੂੰ ਕਿਤੇ ਜਾ ਕੇ ਅਹਿਸਾਸ ਹੁੰਦਾ ਵੀ ਉਸ ਟਾਈਮ ਮੈਂ ਸੱਚ ਬੋਲਤਾ ਨਾ, ਮੈਨੂੰ ਹੁਣ ਡਰਨ ਦੀ ਲੋੜ ਨਹੀਂ ਹੈ। ਇੱਕ ਝੂਠ ਬੋਲ ਕੇ ਫਿਰ ਆਪਾਂ ਨੂੰ ਸਾਰੀ ਉਮਰ ਲੁਕਾਉਣਾ ਪੈਂਦਾ। ਬੈਟਰ ਹੈ ਤੁਸੀਂ ਪਹਿਲਾਂ ਹੀ ਸੱਚ ਬੋਲ ਦੋ, ਸੌਖੇ ਰਹੋਗੇ। ਜੀ ਵੈਰੀ ਨਾਈਸ। ਮੇਰਾ ਪਤਾ ਕੀ ਹੈ ਜੀ, ਮੇਰਾ ਇੱਕ ਫੰਡਾਮੈਂਟਲ ਹੈ ਜ਼ਿੰਦਗੀ ਦਾ। ਮੈਂ ਆਪਣੀ ਜ਼ਿੰਦਗੀ ਵਿੱਚ ਮੇਨ ਯਾਰ ਦੋਸਤ ਰੱਖੇ ਹੋਏ ਨੇ, ਤੇ ਮੈਂ ਜਦੋਂ ਦੁਖੀ ਹੁੰਨਾ ਜਾਂ ਮੈਂ ਖੁਸ਼ ਹੁੰਨਾ ਮੈਂ ਉਹਨਾਂ ਨੂੰ ਫੋਨ ਕਰਦਾ। ਮੈਂ ਸਾਰੀ ਦਿਲ ਦੀ ਸਾਰੀ ਪੜਾਸ ਹੁੰਦੀ ਮੈਂ ਕੱਢ ਦਿੰਦਾ ਇਸ ਤੋਂ ਪਹਿਲਾਂ ਕਿ ਮੈਂ ਕੱਲ ਨੂੰ ਹਾਰਟ ਅਟੈਕ ਲੈ ਕੇ ਮਰਾਂਗਾ ਕੁਝ ਹੋਰ। ਤੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਖੁੱਲੀ ਗੱਲ ਕਰਦਾ ਵੀ ਯਾਰ ਹੁਣ ਆ ਮੈਂ ਫਸ ਗਿਆ, ਮੈਂ ਕੀ ਕਰਾਂ, ਔਰ ਉਹ ਹੈਲਪ ਵੀ ਕਰਦੇ ਆ। ਇੱਕ ਤਾਂ ਮੇਰਾ ਦੋਸਤ ਆ ਕੈਨੇਡਾ ਬੈਠਾ ਜੀ, ਉਹ
ਅਸੀਂ ਇਕੱਠੇ ਪੜ੍ਹੇ ਆ ਬੇਅੰਤ ਕਾਲਜ ਤੁਸੀਂ ਉਹਨਾਂ ਗੁਰਦਾਸਪੁਰ। ਦਾ ਨਾਮ ਲੈ ਸਕਦੇ ਹੋ। ਹਾਂਜੀ, ਜਸਪ੍ਰੀਤ ਦਾ ਮੁੰਡਾ ਬੜਾ ਸਾਡੇ ਹੈ ਤਾਂ ਸਾਰੇ, ਜੇ ਮੈਂ ਇੱਕ ਦਾ ਨਾਮ ਲੈ ਲਿਆ ਬਾਕੀਆਂ ਨੇ ਨਾਰਾਜ਼ ਹੋ ਜਾਣਾ। ਤੇ ਉਹ ਕੀ ਹੈ, ਸਾਡੀ 4 ਮਹੀਨੇ ਤੋਂ ਗੱਲ ਹੀ ਨਹੀਂ ਹੋਏਗੀ, ਕਿਉਂਕਿ ਜਦੋਂ ਉਹ ਸੁੱਤਾ ਹੁੰਦਾ ਮੈਂ ਜਾਗਦਾ ਹੁੰਦਾ, ਉਹ ਤੋਂ ਫੋਨ ਚੁੱਕਿਆ ਜਾਂਦਾ, ਜਦੋਂ ਮੈਂ ਸੁੱਤਾ ਹੁੰਦਾ ਉਹ ਜਾਗਦਾ ਹੁੰਦਾ, ਮੇਰੇ ਤੋਂ ਫੋਨ ਚੁੱਕਿਆ ਜਾਂਦਾ। ਉਹ ਸਾਡੇ ਫੋਨ ਹੀ ਨਹੀਂ ਮੈਚ। ਫਿਰ ਅਸੀਂ ਨੋਟਸ ਛੱਡੀ ਦੇ, ਵੌਇਸ ਨੋਟਸ, ਯਾਰ ਮੇਰਾ ਦਿਲ ਕਰਦਾ ਤੇਰੇ ਨਾਲ ਗੱਲ ਕਰਨ ਨੂੰ, ਪਰ ਕੋਈ ਨਾ ਆਪਾਂ ਕਰਦੇ ਆ ਕੁਝ ਗੱਲ। ਹਾਂਜੀ, ਇਹ ਚੱਕਰ ਹੈ। ਬਹੁਤ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਅੱਛਾ ਬਾਜੀ, ਕੋਈ ਅਜਿਹਾ Song ਹੋਰ ਲਿਖਿਆ ਤੁਸੀਂ ਜਿਹੜਾ ਤੁਸੀਂ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋ? ਹਾਂਜੀ ਬਿਲਕੁਲ ਜੀ, ਮੇਰੇ ਕੋਲ ਵੈਸੇ ਤਾਂ ਮੈਂ ਲਿਖੇ ਜਿੰਨੇ ਕੁ ਵੀ ਲਿਖੇ ਨੇ ਵਧੀਆ ਲਿਖੇ ਨੇ, ਪਰ ਮੇਰਾ ਇੱਕ ਜਿਹੜਾ ਗਾਣਾ ਮੈਂ ਦਿਲ ਦੇ ਬੜਾ ਕਰੀਬ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਮਹਿਤਾ ਚੌਕ ਅੰਮ੍ਰਿਤਸਰ ਰਹਿੰਦੇ ਹੁੰਦੇ ਸੀਗੇ। 82 ਦਾ ਮੇਰਾ ਜਨਮ ਹੈ ਜੀ, ਤੇ ਮੇਰੀ 2.5 ਸਾਲ ਉਮਰ ਸੀਗੀ ਜਦੋਂ ਸਾਰਾ ਆਪਰੇਸ਼ਨ ਬਲੂ ਸਟਾਰ ਹੋਇਆ ਜੀ। ਜੀ ਜੀ ਜੀ। ਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇੱਕ ਹੈ ਤਾਂ 5-6 ਪੈਰਾਂ ਦਾ ਗਾਣਾ ਲਿਖਿਆ ਸੀਗਾ, ਪਰ ਮੈਂ ਤੁਹਾਨੂੰ 2 ਪੈਰੇ ਸੁਣਾ ਦਿੰਦਾ। ਤੇ ਉਹ ਮੈਂ ਗਾਣਾ ਰੱਖਿਆ ਵੀ ਆਪਣੇ ਕੋਲੇ ਆ, ਕਿਉਂਕਿ ਜੇ ਮੈਂ ਇਦਾਂ ਕਿਤੇ ਫੇਸਬੁੱਕ YouTube ਤੇ ਗਾਤਾ ਤਾਂ ਉਹ ਗਾਣੇ ਦੀ ਸਾਰੀ ਕਦਰ ਘਟ ਜਾਣੀ ਹੈ। ਤੇ ਉਹ ਗਾਣਾ ਏਦਾਂ ਸੀਗਾ ਕਿ ਕਹਿੰਦੇ ਸਿੱਖ ਹੁੰਦੇ ਕਿੰਨੇ ਵੱਖਵਾਦੀ ਨੇ, ਕਿੰਨੇ ਮਾਰੇ ਕਹਿ ਅੱਤਵਾਦੀ ਨੇ। ਕਹਿੰਦੇ ਸਿੱਖ ਹੁੰਦੇ ਕਿੰਨੇ ਵੱਖਵਾਦੀ ਨੇ, ਕਿੰਨੇ ਮਾਰੇ ਕਹਿ ਅੱਤਵਾਦੀ ਨੇ। ਕਿਹਦੇ ਹੱਥਾਂ 'ਚ ਕਮਾਂਡ, ਚੁੱਕੇ ਬਿਨਾ ਹੀ ਰਿਮਾਂਡ। ਹੋ ਬੱਚੇ ਬੁੱਢੇ ਕੀ ਮਾਸੂਮ ਸੱਜਣਾ, ਕਿਸੇ ਹੋਰ ਕੌਮ ਡੁੱਲਿਆ ਨਾ ਹੋਣਾ। ਹੋ ਜਿੰਨਾ ਤੇਰਾ ਖੂਨ ਸੱਜਣਾ, ਕਿਸੇ ਹੋਰ ਕੌਮ ਡੁੱਲਿਆ ਨਾ ਹੋਣਾ, ਜਿੰਨਾ ਤੇਰਾ ਖੂਨ ਸੱਜਣਾ। ਤੱਤੀ ਤਵੀ ਬੈਠ ਇਤਿਹਾਸ ਰਚਿਆ, ਮੁੱਢ 5ਵੇਂ ਗੁਰੂ ਦੀ ਕੁਰਬਾਨੀ ਐ। ਦੂਜੀ ਕੌਮ ਦੇ ਲਈ ਸੀਸ ਨੂੰ ਲੋਹਾ ਲਿਆ, 9ਵੇਂ ਪਾਤਸ਼ਾਹ ਸ਼ਹੀਦੀ ਜੋ ਲਾਸਾਨੀ ਐ। 4 ਪੁੱਤਰਾਂ ਨੂੰ ਵਾਰਿਆ, ਪੰਥ ਖਾਲਸਾ ਉਸਾਰਿਆ। ਬਾਜਾ ਵਾਲੇ ਦਾ ਜਨੂਨ ਸੱਜਣਾ, ਕਿਸੇ ਹੋਰ ਕੌਮ ਡੁੱਲਿਆ ਨਾ ਹੋਣਾ। ਹੋ ਜਿੰਨਾ ਤੇਰਾ ਖੂਨ ਸੱਜਣਾ। ਇਹਦਾ ਲਾਸਟ ਪੈਰਾ ਸੀਗਾ ਜੀ, ਮੈਂ 6-7 ਪੈਰੇ ਲਿਖੇ ਨੇ, ਇਹਦਾ ਲਾਸਟ ਪੈਰਾ ਇੱਕ ਹੀ ਹੈ। ਰਵਿੰਦਰ 84 ਦੀ ਜਾਂ ਗੱਲ ਆ ਜਾਂਦੀ, ਕਿਤੇ ਜ਼ੁਲਮਾਂ ਦੀ ਹੱਦ ਹੈ ਮੁਕਾ ਜਾਂਦੀ। 1984 ਦੀ ਜਾਂ ਗੱਲ ਆ ਜਾਂਦੀ, ਕਿਤੇ ਜ਼ੁਲਮਾਂ ਦੀ ਹੱਦ ਹੈ ਮੁਕਾ ਜਾਂਦੀ। ਗਲਾਂ ਵਿੱਚ ਟਾਇਰ ਪਾਇਆ ਕਿੱਥੋਂ ਮੁੱਕਣੇ, ਇਹ ਕੌਮ ਜ਼ਿੰਦਗੀ ਸ਼ਹੀਦੀ ਲੇਖੇ ਲਾ ਜਾਂਦੀ। ਟੈਂਕ ਤੋਪਾਂ ਨੂੰ ਚੜਾਇਆ, ਅਕਾਲ ਤਖਤ ਉਡਾਇਆ। ਮਹੀਨਾ ਭੁੱਲਣਾ ਨਾ ਜੂਨ ਸੱਜਣਾ, ਕਿਸੇ ਹੋਰ ਕੌਮ ਡੁੱਲਿਆ ਨਾ ਹੋਣਾ। ਹੋ ਜਿੰਨਾ ਤੇਰਾ ਖੂਨ ਸੱਜਣਾ। ਬਹੁਤ ਹੀ ਵਧੀਆ ਭਾਜੀ, ਇਮੋਸ਼ਨਲ ਕਰ ਦਿੱਤਾ ਤੁਸੀਂ। ਬਹੁਤ ਹੀ ਪਿਆਰਾ Song ਲਿਖਿਆ, ਸੱਚਾਈ ਦੇ ਉੱਤੇ ਲਿਖਿਆ। ਤੇ ਇਹਨੂੰ ਫਿਲਮਾਉਣ ਦਾ ਨਹੀਂ ਤੁਸੀਂ ਸੋਚਿਆ? ਇਹ ਨਹੀਂ, ਮੈਂ ਇਹ ਆਪ ਨਹੀਂ ਗਾਣਾ ਜੀ। ਮੈਂ ਸੋਚਦਾ ਕਿ ਕੋਈ ਵਧੀਆ ਸਿੰਗਰ ਤੱਕ ਮੇਰੀ ਅਪਰੋਚ ਹੋਈ ਤਾਂ ਮੈਂ ਗਵਾਵਾਂ, ਕਿਉਂਕਿ ਜਿੰਨਾ ਕਿ ਮੈਨੂੰ, ਮੇਰੀ ਉਮਰ ਕੋਈ ਜ਼ਿਆਦਾ ਨਹੀਂ, ਪਰ ਜਿੰਨਾ ਕਿ ਇਤਿਹਾਸ ਬਾਰੇ ਮੈਨੂੰ ਪਤਾ, ਮੈਂ ਗੁਰੂਆਂ ਤੋਂ ਲੈ ਕੇ ਆਪਣਾ 84 ਤੱਕ ਦਾ ਟਾਈਮ ਸਾਰਾ ਉਹਦੇ ਵਿੱਚ ਕਵਰ ਕਰਤਾ। ਉਹਦੇ ਵਿੱਚ ਸ਼ਹੀਦ ਊਧਮ ਸਿੰਘ ਹੋਣੀ, ਭਗਤ ਸਿੰਘ ਹੋਣੀ, ਸਾਰੇ ਆਪਣੇ ਗੁਰੂ, ਭਾਈ ਦਿਆਲਾ ਜੀ, ਜਿੰਨੇ ਤੁਹਾਡੇ ਦੇਗਾਂ ਵਿੱਚ ਬਾਲੇ ਨੇ, ਰੂਹਾਂ ਵਿੱਚ ਬਾਲੇ ਨੇ, ਮੇਰੇ ਕੋਲ ਸਾਰੇ ਉਹ ਪੈਰੇ ਵਿੱਚ ਉਹਦੇ ਵਿੱਚ ਮੈਂ ਕਵਰ ਕੀਤਾ। ਸਿੱਖ ਇਤਿਹਾਸ ਬੇਸਿਕਲੀ। ਹਾਂਜੀ, ਇਸ ਕਰਕੇ ਗਾਣਾ ਮੇਰੀ ਕਾਪੀ 'ਚ ਪਿਆ ਹੀ ਰਹਿਣਾ ਜੀ ਜਦ ਤੱਕ ਮੈਂ ਜਿਉਂਦਾ। ਕੀ ਬਾਤ ਹੈ, ਬਹੁਤ ਹੀ ਵਧੀਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗਾ ਸਿੰਗਰ ਛੇਤੀ ਤੋਂ ਛੇਤੀ ਮਿਲੇ ਤੇ ਤੁਹਾਡਾ ਇਹ Song ਜਿਹੜਾ ਹੈਗਾ ਬਿਲਕੁਲ ਲੋਕਾਂ ਦੀ ਝੋਲੀ ਪਵੇ ਤੇ ਤੁਹਾਨੂੰ ਪਿਆਰ ਮਿਲਣ ਦੀ ਪੂਰੀ ਉਮੀਦ ਹੈ, ਕਿਉਂਕਿ ਬਹੁਤ ਹੀ ਸੋਹਣਾ ਲਿਖਿਆ ਤੁਸੀਂ। ਤੁਕਬੰਦੀ ਜਿਹੜਾ ਤੁਸੀਂ ਸੱਚਾਈ ਬਿਆਨ ਕੀਤੀ ਆ, ਬਹੁਤ ਹੀ ਵਧੀਆ ਭਾਜੀ। ਟਾਈਮ ਜਿਹੜਾ ਹੈਗਾ ਬਹੁਤ ਬਲਵਾਨ ਹੈ, ਸੂਈਆਂ ਟਿਕ 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 ਕਰਕੇ ਬਹੁਤ ਭੱਜਦੀਆਂ ਨੇ। ਦਿਲ ਤਾਂ ਕਰਦਾ ਤੁਹਾਡੇ ਨਾਲ ਹੋਰ ਵੀ ਗੱਲਾਂ ਕਰਾਂ, ਹੋਰ ਵੀ ਤੁਹਾਡੇ ਤੋਂ ਗਾਣੇ ਜਿਹੜੇ ਹੈਗੇ ਆ ਸੁਣੀਏ, ਪਰ ਟਾਈਮ ਇਜਾਜ਼ਤ ਨਹੀਂ ਦਿੰਦਾ। ਜਾਣ ਲੱਗੇ ਕੋਈ ਮੈਸੇਜ ਜਿਹੜਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੋ? ਮੇਰਾ ਤਾਂ ਇਹੀ ਮੈਸੇਜ ਹੈ ਜੀ, ਬੇਸਿਕਲੀ ਅੱਜ ਕੱਲ ਜੇ ਰਿਲੇਸ਼ਨਸ ਨੂੰ ਦੇਖੀਏ ਤਾਂ ਆਪਣਾ ਡਿਵੋਰਸ ਰੇਟ ਵੱਧਦਾ ਜਾ ਰਿਹਾ ਹੈ। ਮੈਂ ਸਭ ਨੂੰ ਇਹੀ ਕਹੂੰਗੀ ਕਿ ਹੋ ਸਕਦਾ ਜਿਹੜਾ ਤੁਸੀਂ ਪਹਿਲਾ ਰਿਸ਼ਤਾ ਛੱਡਿਆ ਤੇ ਅਗਲਾ ਤੁਹਾਨੂੰ ਉਸ ਤੋਂ ਵੀ ਮਾੜਾ ਮਿਲ ਜਾਵੇ, ਤੇ ਬੈਟਰ ਹੈ ਤੁਸੀਂ ਜਿਹੜੇ ਰਿਲੇਸ਼ਨ 'ਚ ਹੈਗੇ ਆ ਉਸੇ ਨੂੰ ਮੇਨਟੇਨ ਕਰੋ ਤੇ ਉਹਨੂੰ ਸਟਰੋਂਗ ਬਣਾਓ। ਕੁੜੀਆਂ ਨੂੰ ਵੀ ਤੇ ਮੁੰਡਿਆਂ ਨੂੰ ਵੀ, ਦੋਨਾਂ ਨੂੰ ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈ। ਲੜਾਈਆਂ ਸਭ 'ਚ ਹੁੰਦੀਆਂ, ਚਾਹੇ ਲਵ ਮੈਰਿਜ ਹੈ ਚਾਹੇ ਅਰੇਂਜ ਮੈਰਿਜ ਹੈ, ਸਾਰੇ ਹੀ ਕਿਸੇ ਨਾ ਕਿਸੇ ਗੱਲ ਤੇ ਡਿਸਐਗਰੀ ਹੁੰਦੇ ਆ। ਤੇ ਜ਼ਿੰਦਗੀ ਦਾ ਸੱਚ ਇਹੀ ਹੈ ਕਿ ਇੱਕ ਦੂਜੇ ਨੂੰ ਸਮਝ ਕੇ ਚੱਲਣ ਦੀ ਲੋੜ ਹੈ, ਨਹੀਂ ਤਾਂ ਲੋਕ ਮਜ਼ਾਕ ਉਡਾਉਂਦੇ ਆ। ਵੈਰੀ ਨਾਈਸ। ਮੇਰਾ ਮੈਸੇਜ ਇਹੀ ਹੈ ਜੀ, ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਲਈ ਜ਼ਰੂਰ ਟਾਈਮ ਕੱਢੋ, ਜ਼ਰੂਰ ਟਾਈਮ ਕੱਢੋ, ਕਿਉਂਕਿ ਤੁਸੀਂ ਭਾਵੇਂ
ਇੱਕ ਘਰ ਲਓ 4 ਲੈ ਲਓ, ਗੱਡੀਆਂ 1 ਲਓ 4 ਲਓ, ਵਧੀਆ ਲਓ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਤੁਹਾਡੀ ਇੱਕ ਉਮਰ ਆ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦੀ। ਮੇਰੀ ਵੱਡੀ ਬੇਟੀ 11 ਸਾਲ ਦੀ ਹੋ ਗਈ ਜੀ, ਜਿੱਦਾਂ ਉਹਨੇ 16-17 ਸਾਲ ਦੀ ਹੋਣਾ, ਉਹਨੂੰ ਮੈਂ ਲੱਖ ਆਵਾਜ਼ਾਂ ਮਾਰ ਲਿਆ ਕਮਰੇ 'ਚ, ਉਹਨੇ ਮੇਰੀ ਗੱਲ ਨਹੀਂ ਸੁਣਨੀ। ਕਿਉਂਕਿ 5 ਸਾਲ ਤੋਂ ਲੈ ਕੇ ਤੁਸੀਂ 10 ਸਾਲ 11 ਸਾਲ ਤੱਕ ਨਿਆਣੇ ਵਿੱਚ ਜੋ ਤੁਸੀਂ ਫੀਡ ਕਰ ਦੋਗੇ, ਨਿਆਣਾ ਤੁਹਾਡੇ ਉਸੇ ਰਸਤੇ ਨਾਲ ਚੱਲੂਗਾ। ਇਸ ਕਰਕੇ ਬੱਚਿਆਂ ਦੀ ਟਾਈਮ ਜ਼ਰੂਰ ਕੱਢਿਆ ਕਰੋ, ਜਿੰਨਾ ਤੁਹਾਨੂੰ ਮੌਕਾ ਮਿਲੇ ਉਹਨਾਂ ਨਾਲ ਟਾਈਮ ਸਪੈਂਡ ਕਰੋ। ਦੈਟਸ ਯੋਰ ਰੀਅਲ ਐਸੈਟ। ਬਹੁਤ ਹੀ ਵਧੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਧੰਨਵਾਦ। ਥੈਂਕ ਯੂ ਜੀ। ਰਵਿੰਦਰ, ਰਵੀ ਜੀ ਤੇ ਪ੍ਰੀਤ ਨੇ ਬਹੁਤ ਹੀ ਸੋਹਣੇ ਮੈਸੇਜ ਦਿੱਤੇ ਆ ਜੀ। ਬਿਲਕੁਲ ਸਾਡੇ ਬੱਚੇ ਸਾਡੀਆਂ ਜਗੀਰਾਂ ਨੇ, ਜੋ ਅਸੀਂ ਉਹਨਾਂ ਦੇ ਮਨਾਂ ਦੇ ਵਿੱਚ ਛੋਟੇ ਹੁੰਦੇ ਦੇ ਫੀਡ ਕਰਾਂਗੇ, ਉਹੀ ਅੱਗੇ ਜਾ ਕੇ ਉਹਨਾਂ ਦਾ ਵਰਤਾਰਾ ਹੋਵੇਗਾ। ਸੋ ਇਜਾਜ਼ਤ ਦਿਓ ਜੀ, ਮਿਲਦੇ ਹਾਂ ਅਗਲੇ ਹਫਤੇ ਨਵੇਂ ਪਰਿਵਾਰ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।